ਪਿਆਰੇ ਦਰਸ਼ਕੋ, ਪੰਜਾਬਨਾਮਾ ਸ਼ੋਅ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਆਪਣੇ ਪ੍ਰੀਤਮ ਰੁਪਾਲ ਹੋਣੀ ਨੇ ਮੇਰੇ ਨਾਲ। ਉਹਨਾਂ ਨਾਲ ਗੱਲ ਕਰਾਂਗੇ ਕੁਝ ਪੰਜਾਬ ਦੇ ਅਹਿਮ ਮਸਲਿਆਂ ਬਾਰੇ। ਸਭ ਤੋਂ ਪਹਿਲਾਂ ਇਹ ਹੈ ਵੀ ਅੱਜ ਦੇਸ਼ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਪੈ ਗਈਆਂ ਨੇ। ਪੰਜਾਬ ਦੇ ਵਿੱਚ ਜਦੋਂ ਵੋਟਾਂ ਪਾਉਣ ਦਾ ਮਸਲਾ ਸੀਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਗਰੁੱਪ ਦੇ ਆਗੂ ਨੇ ਆਪਣੇ ਐਲੀ ਸਾਹਿਬ ਮਨਪ੍ਰੀਤ ਸਿੰਘ ਐਲੀ, ਉਹਨਾਂ ਨੇ ਬਗਾਵਤ ਕਰਤੀ ਪਾਰਟੀ ਦੇ ਫੈਸਲੇ ਦੇ ਖਿਲਾਫ। ਉਹਨਾਂ ਕਿਹਾ ਵੀ ਮੈਂ ਜਿਹੜੀ ਦ੍ਰੋਪਦੀ ਮੁਰਮੂ ਨੂੰ ਵੋਟ ਪਾਉਣ ਦਾ ਫੈਸਲਾ ਪਾਰਟੀ ਨੇ ਕੀਤਾ ਸੀ, ਉਹਨਾਂ ਉਹਦੇ ਖਿਲਾਫ ਕਿਹਾ ਵੀ ਮੈਂ ਵੋਟ ਨਹੀਂ ਪਾ ਸਕਦਾ, ਤਾਂ ਉਹਨਾਂ ਵੋਟ ਨਹੀਂ ਪਾਈ। ਇਸ ਮਾਮਲੇ 'ਤੇ ਅਕਾਲੀ ਦਲ ਦੇ 3 ਵਿਧਾਇਕ ਨੇ, ਤਿੰਨਾਂ 'ਚੋਂ ਜਿਹੜਾ ਗਰੁੱਪ ਲੀਡਰ ਉਹਨੇ ਵੋਟ ਨਹੀਂ ਪਾਈ। ਇਹ ਜਿਹੜੀ ਸਥਿਤੀ ਆ ਅਕਾਲੀ ਦਲ ਨੂੰ ਕਿੱਧਰ ਨੂੰ ਲੈ ਕੇ ਜਾਏਗੀ? ਅਕਾਲੀ ਦਲ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਬੜੀ ਮਾੜੀ ਹਾਲਤ ਹੋਈ ਸੀਗੀ, ਇਸ ਵਾਰੀ ਉਹਨਾਂ ਦੀ ਹਾਲਤ ਹੋਰ ਵੀ ਪਤਲੀ ਜਿਹੜੀ ਹੋ ਗਈ ਹੈ। 14 ਤੋਂ 3 ਤੇ ਆ ਗਈ ਹੈ, 3 ਤੋਂ ਅੱਗੇ ਕਿੱਧਰ ਨੂੰ ਜਾਏਗੀ ਇਹ ਕਹਿਣਾ ਮੁਸ਼ਕਲ। ਤਿੰਨਾਂ ਦੇ ਵਿੱਚ ਬਗਾਵਤ ਹੈ ਤੇ ਇਹ ਇੱਕ ਅਹਿਮ ਮਸਲਾ ਬਣਿਆ ਹੋਇਆ ਪੰਜਾਬ ਦਾ। ਕਿਉਂ ਵੋਟ ਨਹੀਂ ਪਾਈ ਉਹਦੇ ਬਾਰੇ ਵੀ ਮੁੱਖ ਤੌਰ 'ਤੇ ਚਰਚਾ ਕਰਾਂਗੇ। ਇਸ ਦੇ ਨਾਲ ਹੀ ਅੱਜ ਦੇਸ਼ ਦੀ ਪਾਰਲੀਮੈਂਟ ਦਾ ਜਿਹੜਾ ਮੌਨਸੂਨ ਸੈਸ਼ਨ ਆ ਉਹ ਸ਼ੁਰੂ ਹੋ ਗਿਆ। ਮੌਨਸੂਨ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਕੋਲ ਕਾਫੀ ਮਸਲਾ ਹੈ, ਬਹੁਤ ਸਾਰੇ ਮਾਮਲੇ ਆ ਜਿਨ੍ਹਾਂ ਦੇ ਉੱਪਰ ਚਰਚਾ ਜਿਹੜੀ ਆ ਹੋਏਗੀ ਤੇ ਜਿਹੜੀ ਵਿਰੋਧੀ ਧਿਰ ਆ ਉਹ ਅਗਲੇ ਦਿਨਾਂ ਦੇ ਵਿੱਚ ਜਿਹੜੀ ਆ ਹਾਕਮ ਧਿਰ ਨੂੰ ਘੇਰਨ ਦਾ ਯਤਨ ਕਰੇਗੀ। ਇੱਕ ਉਹਨਾਂ ਨੇ ਇੱਕ ਮੋਟੀ ਰੂਪ ਰੇਖਾ ਜਿਹੜੀ ਅੱਜ ਬਣਾਈ ਹੈ ਵੱਖ-ਵੱਖ ਵਿਰੋਧੀ ਪਾਰਟੀਆਂ ਨੇ, ਉਹਦੇ ਬਾਰੇ ਵੀ ਥੋੜ੍ਹੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਰੁਪਾਲ ਜੀ, ਜਿਹੜਾ ਮਸਲਾ ਪੰਜਾਬ ਦੇ ਵਿੱਚ ਅੱਜ ਆਇਆ ਸਾਹਮਣੇ, ਉਹ ਮਸਲਾ ਅਕਾਲੀ ਦਲ ਦੇ ਵਿੱਚ ਬਗਾਵਤ ਜਿਹੜੀ ਹੋਈ ਹੈ। ਬਗਾਵਤ ਜਿਹੜੀ ਹੋਰ ਕਿਸੇ ਨੇ ਨਹੀਂ, ਜਿਹੜਾ ਉਹਨਾਂ ਲੀਡਰ ਬਣਾਇਆ ਆਪਣਾ ਮਨਪ੍ਰੀਤ ਐਲੀ ਹੋਣਾ ਨੂੰ। ਮਨਪ੍ਰੀਤ ਐਲੀ ਹੋਣਾ ਨੇ ਇਹ ਕਿਹਾ ਕਿ ਉਹਨਾਂ ਨੂੰ ਜਿਹੜਾ ਫੈਸਲਾ ਲਿਆ ਸੀ ਦ੍ਰੋਪਦੀ ਮੁਰਮੂ ਬੀਜੇਪੀ ਦੀ ਜਿਹੜੀ ਉਮੀਦਵਾਰ ਆ ਉਹਦੇ ਹੱਕ 'ਚ ਵੋਟ ਪਾਉਣ ਦਾ ਫੈਸਲਾ ਕੀਤਾ ਸੀ, ਉਹਦੇ ਵਿੱਚ ਉਹਨਾਂ ਦੀ ਤਾਂ ਕੋਈ ਸਲਾਹ ਹੀ ਨਹੀਂ ਲਈ ਗਈ, ਨਾ ਪੁੱਛਗਿੱਛ ਕੀਤੀ ਗਈ ਆ ਤੇ ਪਾਰਟੀ ਨੇ ਗਲਤ ਫੈਸਲਾ ਕੀਤਾ। ਇਸ ਕਰਕੇ ਉਹਨਾਂ ਨੇ ਇਸ ਫੈਸਲੇ ਦੇ ਵਿਰੋਧ ਦੇ ਵਿੱਚ ਜਾਂਦਿਆਂ ਹੋਇਆਂ ਵੋਟ ਨਾ ਪਾਉਣ ਦਾ ਫੈਸਲਾ ਕੀਤਾ। ਨਾਲ ਉਹਨਾਂ ਕਿਹਾ ਕਿ ਜੇ ਪਾਰਟੀ ਜਿਹੜੇ ਸੰਕਟ 'ਚ ਜਾ ਰਹੀ ਹੈ, ਜਿਹੜੀ ਝੁਮਦਾ ਕਮੇਟੀ ਦੀ ਰਿਪੋਰਟ ਹੈ ਉਹਨੂੰ ਜਿੰਨਾ ਚਿਰ ਲਾਗੂ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਪਾਰਟੀ ਦਾ ਇਹ ਸੰਕਟ ਹੱਲ ਨਹੀਂ ਹੋਣਾ। ਇਸ ਕਰਕੇ ਜਿਹੜੀ 13 ਮੈਂਬਰੀ ਕਮੇਟੀ ਹੈ, ਜਿਹੜੀ 100 ਵਿਧਾਨ ਸਭਾ ਹਲਕਿਆਂ 'ਚ ਗਈ ਸੀ, ਉਹਨਾਂ ਦੇ ਵਿੱਚ ਜਿਹੜੇ ਮਨਪ੍ਰੀਤ ਐਲੀ ਵੀ ਮੈਂਬਰ ਸੀ ਉਹ ਵੀ ਹਲਕਿਆਂ 'ਚ ਗਏ ਸੀਗੇ। ਉਹਨਾਂ ਕਿਹਾ ਵੀ ਇਹ ਰਿਪੋਰਟ ਲਾਗੂ ਕੀਤੀ ਜਾਵੇ। ਜਿਹੜਾ ਅਕਾਲੀ ਦਲ ਦਾ ਜਿਹੜਾ ਸੰਕਟ ਹੈ ਇਹ ਡੂੰਘਾ ਹੁੰਦਾ ਜਾ ਰਿਹਾ। ਇਹ ਸੰਕਟ ਬਾਦਲਾਂ ਦੇ ਖਿਲਾਫ ਹੈ ਜਾਂ ਅਕਾਲੀ ਦਲ ਨੂੰ ਇਸ ਦਲਦਲ 'ਚੋਂ ਕੱਢਣ ਲਈ ਕੋਈ ਜਿਹੜੀ ਝੁੰਦਾ ਕਮੇਟੀ ਦੀ ਰਿਪੋਰਟ ਆ ਉਹ ਸਹਾਈ ਹੋਏਗੀ? ਤੇ ਮਨਪ੍ਰੀਤ ਐਲੀ ਹੋਣਾ ਦਾ ਜਿਹੜਾ ਫੈਸਲਾ ਕਿੱਧਰ ਨੂੰ ਲੈ ਕੇ ਜਾਏਗਾ? ਦੇਖੋ ਬਲਵਿੰਦਰ ਜੀ, ਇਹ ਗੱਲ ਤਾਂ ਹੁਣ ਬੜੀ ਸਾਫ਼ ਹੋ ਗਈ ਹੈ ਕਿ ਜਿਹੜੇ ਫਲੋਰ ਲੀਡਰ ਨੇ ਅਕਾਲੀ ਦਲ ਦੇ, ਕਿਉਂਕਿ 3 ਹੀ ਇਸ ਵਾਰੀ MLA ਜਿੱਤੇ ਨੇ ਉਹਨਾਂ 'ਚੋਂ, ਤੇ ਪਾਰਟੀ ਨੂੰ ਇਹ ਲੱਗਿਆ ਕਿ ਮਨਪ੍ਰੀਤ ਐਲੀ ਹੋਰਾਂ ਨੂੰ ਜਿਹੜਾ ਹੈ ਉਹ ਬਣਾਇਆ ਜਾਵੇ, ਆਪਣਾ ਫਲੋਰ ਲੀਡਰ ਬਣਾਇਆ ਜਾਵੇ। ਕਿਉਂਕਿ ਉਸ ਤਰੀਕੇ ਨਾਲ, ਕਿਉਂਕਿ 3 ਵਿਧਾਇਕ ਨੇ, ਬਹੁਤ ਥੋੜ੍ਹੀ ਗਿਣਤੀ ਹੈ, ਕੋਈ ਗਰੁੱਪ ਜਾਂ ਹੋਰ ਉਸ ਰੂਪ 'ਚ ਨਹੀਂ ਬਣਦਾ ਵਿਧਾਨ ਸਭਾ 'ਚ। ਚਲੋ ਫਿਰ ਵੀ ਜੇ 3 ਨੇ ਤੇ 3 'ਚੋਂ ਜੇ ਅੱਜ ਉਹ ਅਬਸਟੇਨ ਕਰ ਗਏ ਨੇ, ਉਹਨਾਂ ਨੇ ਵੋਟ ਨਹੀਂ ਪਾਈ, ਕਿਸੇ ਨੂੰ ਵੀ ਵੋਟ ਨਹੀਂ ਪਾਈ, ਤਾਂ ਇਹਦਾ ਅਰਥ ਇਹ ਹੁੰਦਾ ਹੈ ਕਿ ਜਿਹੜਾ 1/3 ਜਿਹੜਾ ਵਿਧਾਨ ਸਭਾ ਦੇ ਵਿੱਚ ਜਿਹੜੀ ਸਟਰੈਂਥ ਹੈ ਤੇ ਉਹ ਬਾਹਰ ਹੋ ਗਈ ਹੈ। ਪਰ ਇਹਦੇ ਜਿਹੜੇ ਪਿੱਛੇ ਸਾਰੇ ਅਰਥ ਜਿਹੜੇ ਸਮਝਣ ਦੀ, ਜਿੱਦਾਂ ਤੁਸੀਂ ਭੂਮਿਕਾ ਬੰਨੀ ਆ, ਉਹ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਅਕਾਲੀ ਦਲ ਪਿਛਲੇ ਸਮੇਂ ਤੋਂ ਲੈ ਕੇ, ਮੈਂ ਸਮਝਦਾ ਕਿ 1996 ਤੋਂ ਜਦੋਂ ਤੋਂ ਇਹਨਾਂ ਨੇ ਬੀਜੇਪੀ ਨੂੰ ਬਿਲਕੁਲ ਅਨਕੰਡੀਸ਼ਨਲ ਸਪੋਰਟ ਦੇਤੀ ਸੈਂਟਰ ਦੇ ਵਿੱਚ, ਉਦੋਂ ਤੋਂ ਜਿਹੜਾ ਆਪਣਾ ਆਧਾਰ ਜਿਹੜਾ ਹੈ ਗਵਾਉਂਦਾ ਆ ਰਿਹਾ ਹੈ। ਭਾਵੇਂ ਉਸ ਤੋਂ ਬਾਅਦ 10 ਸਾਲ ਲਗਾਤਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹ ਇੱਕ ਅਲੱਗ ਗੱਲ ਹੈ। ਕਿਉਂਕਿ ਜਦੋਂ 2 ਵਾਰੀ ਰਹਿਣ ਦਾ ਉਹਨਾਂ ਨੂੰ ਮੌਕਾ ਮਿਲਿਆ, 97 ਤੋਂ ਜਿਹੜਾ 2 ਤੱਕ, ਤੇ ਉਹ ਤੋਂ ਬਾਅਦ 10 ਸਾਲ, 15 ਸਾਲ ਉਹਨਾਂ ਨੂੰ ਲਗਾਤਾਰ, ਮਤਲਬ 5 ਸਾਲ ਕੈਪਟਨ ਦੀ ਸਰਕਾਰ ਰਹੀ, ਉਹ ਤੋਂ 15 ਸਾਲ ਉਹਨਾਂ ਨੂੰ ਰਾਜ ਪਾਲ। ਚਲੋ ਜਦੋਂ 97 ਤੋਂ ਬਣਿਆ ਉਦੋਂ ਬੜੀ ਤਾਜ਼ਾ ਸਥਿਤੀ ਸੀ, ਕਿਉਂਕਿ ਬੇਅੰਤ ਸਿੰਘ ਹੋਰਾਂ ਦੀ ਉਦੋਂ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਸੀ, ਤੇ ਉਦੋਂ ਇਹ ਵੀ ਕਿਹਾ ਜਾਂਦਾ ਸੀ ਕਿ ਬੜੀ ਥੋੜੀ ਵੋਟਾਂ ਨਾਲ ਬਣੀ ਹੋਈ ਸਰਕਾਰ ਹੈ। ਚਲੋ, ਤੇ ਕਿਉਂਕਿ ਉਸ ਤੋਂ ਬਾਅਦ ਵੀ 10 ਸਾਲ ਲਗਾਤਾਰ ਰਹਿਣ ਦਾ ਮਤਲਬ, ਕਿਉਂਕਿ ਉਦੋਂ ਜਿਹੜਾ ਇੱਕ ਮਾਹੌਲ ਸੀ ਪ੍ਰਕਾਸ਼ ਸਿੰਘ ਬਾਦਲ ਦਾ, ਜਿਹੜਾ ਆਪਣਾ ਇੱਕ ਅਸਰ ਰਸੂਖ ਸੀ ਆਪਣੇ ਪਾਰਟੀ ਦੇ ਸੀਨੀਅਰ ਆਗੂਆਂ 'ਚ ਜਾਂ ਹੋਰ ਆ, ਉਸ ਤਰੀਕੇ ਨਾਲ ਉਹ ਚੱਲਦਾ ਰਿਹਾ। ਤੇ ਪਰ ਜਿਹੜਾ ਪਾਰਟੀ ਨੂੰ ਅੰਦਰੋਂ ਅੰਦਰ ਹੀ ਜਿਹੜਾ ਕੇਡਰ ਦੇ ਵਿੱਚ ਜਿਹੜੀਆਂ ਅੰਦਰ ਜਿਹੜੀ ਕੁਸਰ ਮੁਸਰ ਹੁੰਦੀ ਸੀ, ਕਿਉਂਕਿ ਇਸ ਦੇ ਦੌਰਾਨ ਜਿਹੜੀ ਇੱਕ ਘਟਨਾ ਇਹ ਵੀ ਵਾਪਰੀ ਕਿ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਇਹਨਾਂ ਦੇ ਸਰਕਾਰ ਹੁੰਦਿਆਂ
ਕੁਝ ਮੰਤਰੀ ਸੀ ਜਿਹੜੇ ਸਰਕਾਰ ਤੋਂ ਬਾਹਰ ਹੋ ਕੇ ਇੱਕ ਵੱਖਰਾ ਗਰੁੱਪ ਸਰਵੇ ਦਾ ਅਕਾਲੀ ਦਲ ਬਣਿਆ। ਉਸ ਤੋਂ ਬਾਅਦ ਦੂਜੀ ਘਟਨਾ ਵਾਪਰੀ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਨਹੀਂ ਸੀ, ਉਦੋਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਅਗਵਾਈ ਦੇ ਵਿੱਚ ਵੱਖਰੀ ਪਾਰਟੀ ਬਣੀ। ਢੀਂਡਸਾ ਹੋਣਾ ਤੇ ਇਸ ਕਰਕੇ ਵੱਖਰੀ ਪਾਰਟੀ ਬਣਾਈ, ਉਹਨਾਂ ਕਹਿ ਕੇ ਪਾਰਟੀ ਨੂੰ ਬਹੁਤ ਵੱਡੀ ਹਾਰ ਹੋਈ ਆ, ਇਸ ਕਰਕੇ ਜਿਹੜੇ ਆਪਣੇ ਸੁਖਵੀਰ ਸਿੰਘ ਬਾਦਲ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ, ਤਾਂ ਹੀ ਪਾਰਟੀ ਜਿਹੜੀ ਅੱਗੇ ਵੱਧ ਸਕਦੀ ਆ। ਤੇ ਉਹ ਗੱਲ ਉਹਨਾਂ ਦੀ ਨਹੀਂ ਮੰਨੀ ਗਈ ਤੇ ਇਸ ਕਰਕੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਬਾਹਰ ਹੋ ਗਏ ਤਾਂ ਉਹਨਾਂ ਆਪਣਾ ਵੱਖਰਾ, ਉਹ ਤੋਂ ਪਹਿਲਾਂ ਬ੍ਰਹਮਪੁਰਾ ਹੋਣੀ, ਰਣਜੀਤ ਸਿੰਘ ਬ੍ਰਹਮਪੁਰਾ ਹੋਣੀ ਵੱਖਰੇ ਹੋਏ ਸੀਗੇ, ਉਹਦੇ ਨਾਲ ਹੀ ਜਿਹੜੇ ਮਾਝੇ ਦੇ ਇੱਕ ਹੋਰ ਲੀਡਰ ਆ ਉਹ ਵੀ ਵੱਖਰੇ ਹੋਏ। ਮਤਲਬ ਇਹ ਕਈ ਇੱਕ ਦੋ ਤਿੰਨ ਤਰੀਕੇ ਨਾਲ ਜਿਹੜੇ ਵੱਖ-ਵੱਖ ਗਰੁੱਪ ਜਿਹੜੇ ਸੀਨੀਅਰ ਆਗੂ ਅਕਾਲੀ ਦਲ ਨੂੰ ਵੱਖ ਹੁੰਦੇ ਰਹੇ। ਮੇਰਾ ਖਿਆਲ ਹੈ ਵੱਡੀ ਜਿਹੜੀ ਆ ਇਹ ਪਹਿਲਾਂ ਜਿਹੜੀ ਮਾਰ ਜਿਹੜੀ ਅਕਾਲੀ ਦਲ ਨੂੰ ਪਈ। ਜੇ ਅਕਾਲੀ ਦਲ ਮੇਰਾ ਖਿਆਲ ਹੈ ਜੇ ਪਹਿਲਾਂ ਹੀ ਕੋਈ ਫੈਸਲਾ ਕਰ ਲੈਂਦਾ, ਜਿਹੜੀਆਂ ਪਿਛਲੀਆਂ ਚੋਣਾਂ 'ਚ ਹਾਰ ਹੋਈ, ਤਾਂ ਸ਼ਾਇਦ ਆਹ ਜਿਹੜੀ 3 ਸੀਟਾਂ ਤੇ ਆਉਣ ਵਾਲੀ ਨੌਬਤ ਸ਼ਾਇਦ ਨਾ ਆਉਂਦੀ। ਦੇਖੋ ਬਲਵਿੰਦਰ ਜੀ, ਇਹਦੇ 'ਚ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ, ਦੇਖੋ ਸੀਟਾਂ ਜਿੱਤਣਾ ਜਾਂ ਹੋਰ ਇਹ ਇੱਕ ਵੱਖਰੀ ਪੋਲਿਟਿਕਸ ਹੈ, ਜਿਹੜੀ ਪਾਰਟੀ ਦੀ ਇੱਕ ਜਥੇਬੰਦਕ ਰਾਜਨੀਤੀ ਹੈ। ਹਾਂਜੀ, ਮੈਂ ਆਪਾਂ ਉਸ ਦੀ ਗੱਲ ਕਰਦੇ ਹਾਂ ਕਿ ਕਿੱਦਾਂ ਉਹਦਾ ਖੋਰਾ ਲੱਗਿਆ। ਅਲਟੀਮੇਟਲੀ ਜਿਹੜੀ ਉਹਦਾ ਆ ਕੇ ਜਿਹੜਾ ਖਮਿਆਜ਼ਾ ਹੁਣ ਪਾਰਟੀ ਨੂੰ ਵਿਧਾਨ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਹੈ ਭੁਗਤਣਾ ਪਿਆ। ਇਸ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਵੀ ਸਟਰੈਂਥ ਪਾਰਟੀ ਦੀ ਕੀ ਹੈ, 2 ਜਿਹੜੇ ਹੈ ਸੀ MP ਜਿੱਤੇ, ਸੁਖਬੀਰ ਸਿੰਘ ਬਾਦਲ ਖੁਦ ਤੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਹੈ ਧਰਮ ਪਤਨੀ, ਉਹ ਦੋਨੇ ਜਿੱਤੇ। ਉਹ ਸਾਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਉੱਥੇ ਮਨਪ੍ਰੀਤ ਬਾਦਲ ਹੋਰਾਂ ਨਾਲ ਜਾਂ ਹੋਰ ਹੈ, ਉਹ ਸਾਰੀ ਜਿਹੜੀ ਦੂਸਰੀਆਂ ਪਾਰਟੀਆਂ ਨਾਲ ਕਰਕੇ ਜਿਹੜੇ ਹੈ ਗੰਢ ਧੁੱਪ, ਉਹ ਕਿਉਂਕਿ ਚੋਣਾਂ ਜਿੱਤਣਾ, ਚੋਣਾਂ ਲੜਨਾ ਇਹ ਇੱਕ ਵੱਖਰੀ ਸਟ੍ਰੈਟਜੀ ਹੈ। ਪਾਰਟੀ ਦੀ ਜਥੇਬੰਦੀ ਨੂੰ ਬਚਾ ਕੇ ਰੱਖਣਾ, ਬਣਾ ਕੇ ਰੱਖਣਾ ਇੱਕ ਵੱਖਰੀ ਸਟ੍ਰੈਟਜੀ ਹੈ। ਮੈਂ ਜਿਹੜੀ ਗੱਲ ਵੱਲ ਆਉਣਾ ਚਾਹੁੰਦਾ ਉਹ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ 1920 ਤੋਂ ਆਪਣੀ ਸਥਾਪਨਾ ਤੋਂ ਲੈ ਕੇ ਇੱਕ ਰੀਜਨਲ ਫੋਰਸ ਵਜੋਂ ਵਿਚਰਦਾ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਦੇਸ਼ ਦੀ ਜਿਹੜੀ ਜੰਗੇ ਆਜ਼ਾਦੀ ਦੇ ਵਿੱਚ ਇੱਕ ਵੱਡਾ ਰੋਲ ਰਿਹਾ। ਉਦੋਂ ਵੀ ਇੱਕ ਉਹ ਰੀਜਨਲ ਫੋਰਸ ਵਜੋਂ ਹੀ ਵਰਤਦਾ ਰਿਹਾ, ਭਾਵੇਂ ਇੱਕ ਆਪਣੇ ਆਪ ਨੂੰ ਇੱਕ ਪੰਥਕ ਪਾਰਟੀ ਕਹਿ ਕੇ, ਭਾਵੇਂ ਇੱਕ ਕੌਮ ਦੀ ਨੁਮਾਇੰਦਗੀ ਕਰਨ ਕਹਿ ਕੇ, ਕਿਉਂਕਿ ਉਦੋਂ ਬਾਅਦ 2 ਚੋਣਾਂ ਤਾਂ ਲਗਾਤਾਰ ਅਕਾਲੀ ਦਲ ਤੇ ਕਾਂਗਰਸ ਨੇ ਪੰਜਾਬ ਦੇ ਵਿੱਚ ਰਲ ਕੇ ਲੜੀਆਂ ਨੇ। ਤੇ ਹੁਣ ਮੈਨੂੰ ਗੱਲ ਬੜੀ ਹਾਸੋਹੀਣੀ ਲੱਗਦੀ ਹੈ ਇਹ ਕਹਿਣੀ ਕਿ ਕਿਉਂਕਿ ਜਿੱਦਣ ਆਪਣਾ ਸੱਦਾ ਹੈ ਨਾ ਜੀ JP ਨੱਡਾ ਹੋਰਾਂ ਦਾ, ਸ਼੍ਰੋਮਣੀ ਅਕਾਲੀ ਦਲ ਨੂੰ ਫੋਨ ਆਇਆ ਪਹਿਲਾਂ, ਫਿਰ ਉਹਨਾਂ ਦੀ ਮੀਟਿੰਗ ਵੀ ਹੋਈ ਵੀ ਤੁਸੀਂ ਜਿਹੜਾ ਹੈ ਰਾਸ਼ਟਰਪਤੀ ਦੀ ਚੋਣ ਲਈ ਜਿਹੜਾ ਹੈ ਦ੍ਰੋਪਦੀ ਮੁਰਮੂ ਹੋਰਾਂ ਦੇ ਹੱਕ 'ਚ ਤੁਸੀਂ ਵੋਟ ਪਾਉਣੀ ਚਾਹੀਦੀ ਹੈ। ਤੇ ਮੈਂ ਸਮਝਦਾ ਕਿ ਉਸ ਦਿਨ ਚਾਅ ਚੜ ਗਿਆ ਇਹਨਾਂ ਨੂੰ, ਅਕਾਲੀ ਦਲ ਖਾਸ ਕਰਕੇ ਪੁੱਛ ਲਿਆ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜਾਂ ਹੋਰ ਹੈ ਵੀ ਸਾਨੂੰ BJP ਨੇ ਦੁਬਾਰਾ ਜਿਹੜਾ ਹੈ ਸਾਨੂੰ ਗੱਲ ਲਾਉਣ ਦੀ ਜਾਂ ਗੱਲ ਜਿਹੜੀ ਆ ਉਹ ਕੀਤੀ ਹੈ। ਤੇ ਮੈਂ ਸਮਝਦਾ ਕਿ ਜਿਹੜਾ ਸਭ ਤੋਂ ਵੱਡਾ ਨਿਘਾਰ ਦਾ ਕਾਰਨ ਇਹ ਬਣਿਆ ਨਾ ਜੀ, ਇੱਕ ਸੈਂਟਰਲ ਫੋਰਸ ਦੇ ਨਾਲ ਜਿਹੜੀ ਪਾਰਟੀ ਲਗਾਤਾਰ ਪਿਛਲੇ 10 ਸਾਲਾਂ ਤੋਂ ਫੈਡਰਲ ਜਿਹੜਾ ਸਾਡੀ ਸਟਰੈਂਥ ਹੈ ਦੇਸ਼ ਦੀ, ਉਹਨੂੰ ਖਤਮ ਕਰਕੇ ਇੱਕ ਯੂਨਿਟਰੀ ਉਹਦੇ ਵੱਲ ਜਾ ਰਹੀ ਆ। ਤੇ ਉਸ ਦੇ ਨਾਲ ਜਿਹੜੀ ਹੈ ਤੁਹਾਡਾ ਗੰਢ ਧੁੱਪ ਕਰਨੀ 1996 ਤੋਂ ਜਿਹੜੀ ਮੈਂ ਗੱਲ ਕੀਤੀ ਹੈ, ਉਹ ਲਗਾਤਾਰ ਜਿਹੜਾ ਉਹ ਖੋਰਾ ਲਾ ਰਿਹਾ ਪਾਰਟੀ ਦਾ ਜਿਹੜਾ ਇੱਕ ਫੈਡਰਲ ਜਿਹੜਾ ਆਧਾਰ ਸੀ ਜਾਂ ਇੱਕ ਖੇਤਰ ਦੀ ਜਿਹੜੀ ਨੁਮਾਇੰਦਗੀ ਕਰਨ ਵਾਲੀ ਜਿਹੜੀ ਗੱਲ ਸੀ। ਪਾਰਟੀ ਨੇ ਉਦੋਂ ਬਾਅਦ ਬੜਾ ਜ਼ੋਰ ਲਾਇਆ, ਹਿਮਾਚਲ 'ਚ ਜ਼ੋਰ ਲਾਇਆ, ਹਰਿਆਣਾ ਜ਼ੋਰ ਲਾਇਆ, ਈਵਨ ਦਿੱਲੀ 'ਚ ਜ਼ੋਰ ਲਾਇਆ, UP 'ਚ ਵੀ ਤੇ ਕੋਸ਼ਿਸ਼ ਕੀਤੀ ਵੀ ਹਾਂ ਸਾਨੂੰ, ਉਹ ਕਹਿੰਦੇ ਸਾਡੇ ਨਿਸ਼ਾਨ ਤੇ ਲੜ ਲਓ, ਠੀਕ ਹੈ ਤੁਸੀਂ ਕੈਂਡੀਡੇਟ ਆਪਣਾ ਦੇ ਦਿਓ। ਦਿੱਲੀ 'ਚ ਲੜੀ ਆ ਉਹਨਾਂ ਨੇ, ਦਿੱਲੀ 'ਚ ਉਹਨਾਂ ਨੇ ਬਿਲਕੁਲ BJP ਦੇ ਚੋਣ ਨਿਸ਼ਾਨ ਤੇ ਚੋਣਾਂ ਲੜੀਆਂ। ਤੇ ਉਹ ਪੱਗ ਵਾਲਾ ਬੰਦਾ ਹੋਣਾ ਉਹ ਇੱਕ ਹੋਰ ਗੱਲ ਹੈ, ਪਰ ਜਿਹੜੀ ਪਾਰਟੀ ਦੀ ਜਿਹੜੀ ਇੱਕ ਤੁਸੀਂ ਪਾਰਟੀ ਦਾ ਵਿਧਾਨ ਚੱਕ ਕੇ ਦੇਖ ਲਓ ਅੱਜ ਵੀ, ਤੇ ਜਿਹਦੇ 'ਚ ਬੜੀਆਂ ਮਾਮੂਲੀ ਜਿਹੜੀਆਂ ਨੇ ਉਹਦੇ 'ਚ ਸੋਧਾਂ ਹੋਈਆਂ ਨੇ 1920 ਤੋਂ 1925 ਤੋਂ ਲੈ ਕੇ ਬਾਅਦ ਦੇ ਵਿੱਚ ਵੀ, ਤੇ ਉਹਦੇ 'ਚ ਅੱਜ ਵੀ ਇੱਕ ਜਿਹੜੀ ਇਹ ਪੰਥਕ ਪਾਰਟੀ ਇੱਕ ਰੀਜਨਲ ਫੋਰਸ ਵਜੋਂ ਵਿਚਰਦੀ ਹੈ। ਤੇ ਹੁਣ ਜਿਹੜੀ ਇੱਕ ਪਾਰਟੀ ਕਿੱਥੇ ਖੜੀ ਹੈ, ਉਹਦਾ ਜਿਹੜਾ ਸ਼ੀਸ਼ਾ ਦਿਖਾਉਣ ਦੀ ਗੱਲ ਜਿਹੜੀ ਹੁਣ ਆ ਰਹੀ ਹੈ। ਦੇਖੋ ਮੈਂ ਪਹਿਲਾਂ ਵੀ ਕਈ ਵਾਰ ਜ਼ਿਕਰ ਇਸ ਗੱਲ ਦਾ ਕੀਤਾ ਹੈ ਕਿ ਜਿਹੜੀਆਂ ਸਾਊਥ ਦੀਆਂ ਜਿਹੜੀਆਂ ਰੀਜਨਲ ਪਾਰਟੀਆਂ ਨੇ, ਹਾਲਾਂਕਿ ਉਹ ਸਟਰੋਂਗ ਨੇ, ਉਹ ਸਿਧਾਂਤਕ ਤੌਰ ਤੇ ਵੱਧ ਸਟਰੋਂਗ ਨੇ, ਪਰ ਉਹ ਫੇਰ ਵੀ ਜਿਹੜਾ ਹੈ ਅਕਾਲੀ ਦਲ ਵੱਲ ਵੇਖਦੀਆਂ ਰਹੀਆਂ ਨੇ। ਜਦੋਂ ਵੀ ਕਿਤੇ ਇਦਾਂ ਦੀ ਕਿਤੇ ਗੱਲ ਕੋਲੀਸ਼ਨ ਦੀ ਗੱਲ ਆਉਣੀ ਜਾਂ ਹੋਰ ਹੈ, ਉਹ ਪਹਿਲਾਂ ਮੂੰਹ ਦੇਖਦੇ ਸੀ ਵੀ ਅਕਾਲੀ ਦਲ ਕੀ ਫੈਸਲਾ ਲੈਂਦਾ। ਜਦੋਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਚੱਲੀ ਤਾਂ DMK ਨੇ ਸਭ ਤੋਂ ਪਹਿਲਾਂ ਕਿਹਾ ਕਿ ਬਿਲਕੁਲ ਠੀਕ ਹੈ, ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਨੇ ਜਾਂ ਹੋਰ ਹੈ ਇਸ ਕਿਸਮ ਦੀ ਗੱਲ। ਉਹ ਤਾਂ DMK ਵਾਲੇ ਤਾਂ ਹੁਣ ਵੀ ਇਸ ਗੱਲ ਤੇ ਖੜੇ ਆ ਵੀ ਜੇ ਤੁਸੀਂ ਇਦਾਂ ਤੋੜਨ ਦੀ ਕੋਸ਼ਿਸ਼ ਕਰਦੇ ਹੋ ਫਿਰ ਸਾਨੂੰ ਅੱਡ ਕਰ ਦਿਓ। ਮਤਲਬ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਸਾਡੇ ਪੰਜਾਬੀਆਂ ਦੀ ਨਬਜ਼ ਪਛਾਣਨ ਦੀ ਬਜਾਏ ਸਿਰਫ ਰਾਜ ਸੱਤਾ ਭੋਗਣ ਵਾਸਤੇ ਜੋ ਕੁਝ ਹੁੰਦਾ ਰਿਹਾ ਅਕਾਲੀ ਦਲ 'ਚ, ਇੱਕ ਪਰਿਵਾਰ ਭਾਵੇਂ ਉਹ 'ਚ ਪ੍ਰਕਾਸ਼ ਸਿੰਘ ਬਾਦਲ ਦੀਆਂ ਗਲਤੀਆਂ ਨੇ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਸਹੀ ਰਾਏ ਦੇਣ ਦੀ ਬਜਾਏ
ਉਹਨਾਂ ਦੀ ਹਾਂ 'ਚ ਹਾਂ ਮਿਲਾਉਣ ਵਾਲਿਆਂ ਦੀਆਂ ਗਲਤੀਆਂ ਨੇ, ਉਹਨਾਂ ਨੇ ਪਾਰਟੀ ਨੂੰ ਇਸ ਥਾਂ ਤੇ ਲਿਆ ਕੇ ਜਿਹੜਾ ਹੈ ਖੜਾ ਕਰਤਾ। ਜਿਹੜੀ ਗੱਲ ਤੁਸੀਂ ਕਹੀ ਕਿ ਉਹਨਾਂ ਨੇ ਖੜਾ ਹੀ ਨਹੀਂ ਕੀਤਾ, ਦਿੱਲੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਇਹਨਾਂ ਕੋਲ ਇਸ ਕੋਰਸ ਜਾਂਦੀ ਰਹੀ। ਬਿਲਕੁਲ ਇਹਨਾਂ ਉਹ ਪਹਿਲਾਂ ਵੀ ਇਹਨਾਂ ਨੂੰ ਭੁਲੇਖਾ ਸੀ ਵੀ ਦਿੱਲੀ ਜਿਹੜੀ ਕਮੇਟੀ ਹੈ ਸਾਡੇ ਕੋਲੇ ਹੈ। ਉਹ ਦੇਖੋ ਉਹ ਉੱਥੇ ਜਿਹੜੀ ਸੀ ਉਹ ਉੱਥੇ ਪਹਿਲਾਂ ਵੀ ਬੀਜੇਪੀ ਦੇ ਰਹਿਮੋ ਕਰਮ ਤੇ ਸੀ। ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿੰਨਾ ਚਿਰ ਕਾਂਗਰਸ ਸਟਰੋਂਗ ਰਹੀ, ਜਥੇਦਾਰ ਸੰਤੋਖ ਸਿੰਘ ਸਟਰੋਂਗ ਰਹੇ, ਮਨਜੀਤ ਜੇਕੇ ਦੇ ਪਿਤਾ ਜੀ, ਤੇ ਉਹ ਤਾਂ ਸਟੌਂਚ ਕਾਂਗਰਸੀ ਸੀਗੇ ਤੇ ਉਹਨਾਂ ਚਿਰ ਉੱਥੇ ਉਹਨਾਂ ਦੀ ਚੱਲਦੀ ਰਹੀ। ਤੇ ਇਹ ਜਿਹੜਾ ਇਹ ਭੁਲੇਖਾ ਇਹ ਪਾਲ ਲਿਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਾਂ ਉਹਨਾਂ ਦੇ ਗਰੁੱਪ ਨੇ ਵੀ ਸਾਡਾ ਜਿਹੜਾ ਹੈਗਾ ਹੁਣ ਸਾਰਾ ਦਿੱਲੀ 'ਚ ਅਸੀਂ ਕਬਜ਼ਾ ਹੈ ਸਾਡਾ ਗੁਰਦੁਆਰਾ ਜਾਂ ਹੋਰ, ਉਹ ਉਹਨਾਂ ਦਾ ਇੱਕ ਭੁਲੇਖਾ ਸੀ। ਇਹ ਭੁਲੇਖਾ ਵੀ ਹੁਣ ਬੀਜੇਪੀ ਨੇ ਤੋੜਤਾ। ਮਨਜਿੰਦਰ ਸਰਸਾ ਹੋਰੀ ਉਧਰ ਚਲੇ ਗਏ, ਬਾਕੀ ਹੁਣ ਜਿਹੜਾ ਹੁਣ ਪ੍ਰਧਾਨ ਬਣਾਇਆ ਤੇ ਉਹ ਵੀ ਬੀਜੇਪੀ ਦੀ ਜਿਹੜੀ ਭਾਸ਼ਾ ਜਿਹੜੀ ਉਹ ਬੋਲ ਰਿਹਾ ਹੈਗਾ। ਸੋ ਮੈਂ ਜਿਹੜੀ ਗੱਲ ਤੇ ਬਲਵਿੰਦਰ ਜੀ ਆਉਣਾ ਚਾਹੁੰਦਾ ਇਹ ਹੈ ਕਿ ਆਪਣੇ ਪੈਰ ਆਪ ਕਹਾੜਾ ਮਾਰ ਕੇ ਜਿਹੜਾ ਤੁਹਾਡਾ ਵਜੂਦ ਸੀ ਅਕਾਲੀ ਦਲ ਦਾ, ਜੋ ਹੁਣ ਤੱਕ ਜਿਹੜਾ ਲੜਦਾ ਰਿਹਾ, ਇੱਥੋਂ ਤੱਕ ਕਿ ਧਰਮ ਯੁੱਧ ਮੋਰਚੇ ਤੱਕ ਜਦੋਂ SYL ਦਾ ਮੁੱਦਾ ਸੀ ਜਾਂ ਉਦੋਂ ਪਹਿਲਾਂ ਜਿਹੜਾ ਕਪੂਰੀ ਦਾ ਮੋਰਚਾ ਲੱਗਿਆ, ਉਦੋਂ ਬਾਅਦ ਹੋਰ ਉਦੋਂ ਤੱਕ ਜਿਹੜਾ ਹੈ ਜਿਨ੍ਹਾਂ ਦਾ ਇਹ ਸਮਝ ਆਉਂਦੀ ਕਿ ਇੱਕ ਇਹ ਸਰਟੀਫਿਕੇਟ ਮੰਨਿਆ ਜਾਂਦਾ ਸੀ ਅਕਾਲੀਆਂ ਦਾ ਕਿ ਇਹਨੇ ਜੇਲ੍ਹ ਕਿੰਨੀ ਕੱਟੀ ਹੈ। ਮਤਲਬ ਕਿ ਇਸ ਕਿਸਮ ਦੀ ਜਿਹੜੀ ਸਟਰੈਂਥ ਸੀ ਉਹ ਅਸੀਂ ਖੋ ਬੈਠੇ, ਬਿਲਕੁਲ ਖਤਮ ਕਰ ਲਈ ਤੇ ਅਸੀਂ ਜਿਹੜੀ ਹੈ ਸੱਤਾ ਚੱਕ ਕੇ ਇਹਨਾਂ ਦੇ ਜਿਹੜੇ ਵੱਡੇ ਲੀਡਰਾਂ ਦੇ ਕਾਕਿਆਂ ਦੇ ਹੱਥਾਂ 'ਚ ਦੇਤੀ ਤੇ ਉਹਨਾਂ ਨੇ ਫਿਰ ਆਪਣੇ ਤਰੀਕੇ ਨਾਲ ਹੁਣ ਦੇਖ ਲਓ ਸਾਡਾ ਹਾਲ ਕੀ ਹੋਇਆ। ਮੈਂ ਸਮਝਦਾ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਉਹਨਾਂ ਨੇ ਕਿਹਾ ਸੀ ਕਾਂਗਰਸ ਵੱਲ ਨਹੀਂ ਜਾ ਸਕਦੇ, ਕਾਂਗਰਸ ਵੱਲ ਕਿਉਂ ਨਹੀਂ ਜਾ ਸਕਦੇ? ਜਦੋਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਦੇ ਉਮੀਦਵਾਰ ਸੀ ਉਦੋਂ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੇ ਵਿੱਚ ਇਹ ਫੈਸਲਾ ਲਿਆ ਕਿਉਂਕਿ ਉਹ ਇੱਕ ਸਿੱਖ ਉਮੀਦਵਾਰ ਹੈ, ਦੂਜੀ ਗੱਲ ਪੰਜਾਬ ਦਾ ਉਮੀਦਵਾਰ ਹੈ, ਇਸ ਕਰਕੇ ਅਸੀਂ ਉਹਨੂੰ ਵੋਟ ਪਾਵਾਂਗੇ। ਅਕਾਲੀ ਦਲ ਨੇ ਉਦੋਂ ਵੋਟ ਪਾਈ ਆ, ਰਿਕਾਰਡ ਤੇ ਇਹ ਗੱਲ ਉਹਨਾਂ ਦੇ ਉਸ ਸਮੇਂ ਦੇ ਤੁਸੀਂ ਚੱਕ ਕੇ ਦੇਖ ਲਓ। ਤੇ ਹੁਣ ਮਨਪ੍ਰੀਤ ਇਆਲੀ ਹੋਰਾਂ ਦਾ ਦੇਖੋ ਇੱਕ ਗੱਲ ਬੜੀ ਸਾਫ਼ ਹੈ ਕਿ ਆਪਾਂ ਇੱਕ ਉਹਦੇ ਨਾਲ ਰੱਸੇ ਨਾਲ ਨਹੀਂ ਸਾਰੇ ਆਗੂਆਂ ਨੂੰ ਬੰਨ੍ਹ ਸਕਦੇ। ਅਣਖ ਵਾਲੇ ਵੀ ਵਿੱਚੋਂ ਬੈਠੇ ਆ, ਉਹਨਾਂ ਦੇ ਇਮਾਨਦਾਰ ਵੀ ਬੈਠੇ ਆ, ਹਰ ਕਿਸਮ ਦੇ ਬੰਦੇ ਬੈਠੇ ਆ ਤੇ ਉਹ ਕਿਉਂਕਿ ਸ਼ਰਮੋ ਸ਼ਰਮੀ ਕਿਉਂਕਿ ਇੱਕ ਪਾਰਟੀ ਨਾਲ ਜੁੜੇ ਹੋਏ ਆ, ਇੱਕ ਸਿਆਸੀ ਧਿਰ ਨਾਲ ਜੁੜੇ ਹੋਏ ਆ, ਉਹ ਜਦੋਂ ਬੋਲਦੇ ਨਹੀਂ, ਜਦੋਂ ਉਹਨਾਂ ਨੂੰ ਮੌਕਾ ਆਉਂਦਾ ਫਿਰ ਇਸ ਤਰ੍ਹਾਂ ਦੀ ਜਿਹੜੀ ਬਗਾਵਤ ਸਾਹਮਣੇ ਆ ਜਾਂਦੀ ਹੈ। ਪਹਿਲਾਂ ਜਥੇਦਾਰ ਟੌੜਾ ਹੋਰੀ ਬੋਲਦੇ ਰਹੇ ਆ, ਬਾਹਰ ਵੀ ਆਉਂਦੇ ਰਹੇ ਤੇ ਮੈਂ ਸਮਝਦਾ ਕਿ ਮਨਪ੍ਰੀਤ ਇਆਲੀ ਹੋਰਾਂ ਦਾ ਬਿਲਕੁਲ ਇਹ ਸਟੈਂਡ ਹੈ, ਬਿਲਕੁਲ ਸਹੀ ਹੈ। ਜੇ ਮੈਂ ਸਮਝਦਾ ਕਿ ਅਕਾਲੀ ਦਲ ਨੂੰ ਬਚਾਇਆ ਜਾ ਸਕਦਾ ਤਾਂ ਮਨਪ੍ਰੀਤ ਇਆਲੀ ਹੋਰਾਂ ਦੇ ਸਟੈਂਡ ਤੋਂ ਉਸ ਪੈਂਤੜੇ ਤੋਂ ਬਚਾਇਆ ਜਾ ਸਕਦਾ ਤੇ ਨਹੀਂ ਤਾਂ ਇਹ ਤੁਸੀਂ ਫਿਰ ਜਿਹੜੀਆਂ ਵੱਡੀਆਂ ਪਾਰਟੀਆਂ ਹੌਲੀ ਹੌਲੀ ਤੁਹਾਨੂੰ ਬੀਜੇਪੀ ਆਪਣਾ ਰੰਗ ਦੇਣਾ ਜਿਹੜਾ ਮੇਰੇ ਖਿਆਲ ਉਹਨਾਂ ਦਾ ਸਟੈਂਡ ਜਿਹੜਾ ਨਾ ਖੇਤਰੀ ਜਿਹੜਾ ਭਾਵਨਾਵਾਂ ਨੇ, ਰੀਜਨਲ ਜਿਹੜੀ ਆਇਡੈਂਟੀਟੀ ਆ ਉਸ ਪਾਸੇ ਵੱਲ ਨੂੰ ਜਾਂਦਾ ਤੇ ਉਸ ਪਾਸੇ ਵੱਲ ਨੂੰ ਅਕਾਲੀ ਦਲ ਨੂੰ ਜੇ ਉਸ ਪਾਸੇ ਵੱਲ ਨਹੀਂ ਜਾਏਗਾ ਤਾਂ ਅਕਾਲੀ ਦਲ ਨੂੰ ਇਹਦੀ ਹੋਰ ਮਾੜੀ ਹਾਲਤ ਹੋ ਸਕਦੀ ਹੈ। ਇਸ ਕਰਕੇ ਆਲੀ ਹੋਣਾ ਦਾ ਮੈਨੂੰ ਲੱਗਦਾ ਜਿਹੜਾ ਉਹਨਾਂ ਸਟੈਂਡ ਲਿਆ ਉਹ ਵਾਜਬ ਸਟੈਂਡ ਲੱਗਦਾ ਤੇ ਜੇ ਅਕਾਲੀ ਦਲ ਉਸ ਪਾਸੇ ਵੱਲ ਨੂੰ ਨਹੀਂ ਜਾਏਗਾ ਤਾਂ ਇਹਨਾਂ ਦੀ ਹਾਲਤ ਜਿਹੜੀ ਆ ਉਹ ਠੀਕ ਨਹੀਂ ਹੋਣ ਵਾਲੀ ਹੈਗੀ। ਨਹੀਂ ਬਿਲਕੁਲ। ਦੂਜੀ ਤੁਸੀਂ ਜਿਹੜੀ ਇਕਬਾਲ ਸਿੰਘ ਝੁੰਦਾ ਹੋਰਾਂ ਦੀ ਜਿਹੜੀ ਕਮੇਟੀ ਦੀ ਗੱਲ ਕੀਤੀ ਹੈ ਵੀ ਉਹ ਕਿਉਂ ਨਹੀਂ ਲਾਗੂ ਕੀਤੀ, ਬਿਲਕੁਲ ਉਹ ਵੀ ਲਾਗੂ ਜਿਹੜੀ ਆ ਹੋਣੀ ਚਾਹੀਦੀ ਆ ਪਾਰਟੀ ਨੂੰ। ਉਹ ਤਾਂ ਇਹ ਕਹਿ ਕੇ ਟਾਲਦੇ ਆਏ ਨਾ ਵੀ ਪਹਿਲਾਂ ਫਲਾਣੀ ਚੋਣ ਆ, ਫਿਰ ਫਲਾਣਾ ਮਾਮਲਾ, ਹੁਣ ਰਾਸ਼ਟਰਪਤੀ ਦੀ ਚੋਣ ਆ, ਇਸ ਤੋਂ ਬਾਅਦ ਤਾਂ ਕੋਈ ਚੋਣ ਨਹੀਂ, ਇਸ ਤੋਂ ਬਾਅਦ ਤਾਂ ਸਾਰਾ ਕੁਝ ਮੈਦਾਨ ਵਿਹਲਾ ਹੀ ਆ। ਮੈਦਾਨ ਵਿਹਲਾ ਹੈ। ਦੂਸਰੀ ਗੱਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਪ ਰਾਸ਼ਟਰਪਤੀ ਦੀ ਚੋਣ ਹੋਣੀ ਹੈ, ਜਿਹੜੀ ਅਗਲੀ ਗੱਲ ਹੈ, ਜਿਹੜਾ ਹੁਣ ਅਗਲਾ ਜਿਹੜਾ ਜਿਹਨੂੰ ਆਪਾਂ ਲਿਟਮਸ ਟੈਸਟ ਜਿਹਨੂੰ ਆਪਾਂ ਕਹਿੰਦੇ ਆ, ਤੇ ਹੁਣ ਉੱਥੇ ਕੀ ਸਟੈਂਡ ਹੋਏਗਾ ਕੀ ਹੁਣ, ਕਿਉਂਕਿ ਦੇਖੋ ਇਹ ਇਲੈਕਸ਼ਨਾਂ ਇਦਾਂ ਦੀਆਂ ਨੇ ਜਿਹਦੇ ਚ ਪਾਰਟੀ ਵਿਪ ਨਹੀਂ ਜਾਰੀ ਕਰ ਸਕਦੀ ਕਿਉਂਕਿ ਇਹ ਨਾ ਇਹਦੇ ਚ ਜਾਰੀ ਕਰ ਸਕਦੀ ਹੈ। ਹਾਂਜੀ, ਕਿਉਂਕਿ ਇਹ ਕੋਈ ਫਲੋਰ ਟੈਸਟ ਤਾਂ ਹੈ ਨਹੀਂ ਜਾਂ ਵੌਇਸ ਵੋਟ ਦੀ ਗੱਲ ਤਾਂ ਹੈ ਨਹੀਂ ਜਿੱਥੇ ਵਿਪ ਜਾਰੀ ਕਰ ਦੇਗੀ। ਹੁਣ ਕੀ ਹੁਣ ਪਾਰਟੀ ਪ੍ਰਧਾਨ ਇਆਲੀ ਦੇ ਖਿਲਾਫ ਕੋਈ ਕਾਰਵਾਈ ਕਰੂਗਾ ਜਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਤਿੰਨੇ MLA ਹੈ, ਸੁਖਵਿੰਦਰ ਸੁੱਖੀ ਹੋਰੀ ਨੇ ਤੇ ਜਾਂ ਗੁਰਜੀਤ ਮਜੀਠੀਆ ਹੋਰੀ ਨੇ, ਗੁਨੀਤ ਕੌਰ, ਹਾਂਜੀ ਗੁਨੀਤ ਹੋਰੀ, ਤੇ ਉਹ ਕੀ ਸਟੈਂਡ ਲੈਂਦੇ ਆ? ਕੀ ਜਿਹੜੀ ਪਾਰਟੀ ਦੀ ਇਹੀ ਜਿਹੜੀ ਪਹਿਲਾਂ ਸਟ੍ਰੈਟਜੀ ਸੀ ਕਿ ਮੁਰਮੂ ਨੂੰ ਪਾਉਣੀ ਹੈ, ਹੁਣ ਪਾਰਟੀ ਇਹ ਫੈਸਲਾ ਲਊਗੀ ਕਿ ਜਿਹੜਾ ਹੈਗਾ ਆਪਣਾ ਧਨਖੜ ਨੂੰ ਪਾਉਣੀ ਹੈ, ਤੇ ਕੀ ਇਸ ਤੇ ਗੱਲ ਖਰੀ ਉਤਰੂਗੀ ਜਾਂ ਇਸ ਤੋਂ ਬਾਅਦ ਪਾਰਟੀ ਇਹ ਫੈਸਲਾ ਲਊਗੀ ਕਿ ਤਿੰਨੋਂ ਜਿਹੜੇ MLA ਹੈ ਉਹ ਵੋਟ ਕਿਸੇ ਨੂੰ ਵੀ ਨਾ ਪਾਉਣ, ਇਹ ਫੈਸਲਾ ਲਏਗੀ? ਸੋ ਇਹ ਜਿਹੜੀ ਮੈਂ ਸਮਝਦਾ ਮੇਰੇ ਖਿਆਲ ਉਹਦੇ 'ਚ ਤਾਂ ਰਾਜ ਸਭਾ ਤੇ ਲੋਕ ਸਭਾ ਦੀਆਂ ਵੋਟਾਂ ਪੈਣੀਆਂ। ਮੈਨੂੰ ਜਿਹੜੀ ਉਪ ਰਾਸ਼ਟਰਪਤੀ ਦੀ ਚੋਣ ਆ ਉਹਦੇ 'ਚ ਤਾਂ ਰਾਸ਼ਟਰਪਤੀ ਦੀ ਚੋਣ 'ਚ ਸਾਰੇ ਜਿਹੜਾ ਕਾਲਜ ਆ ਜਿਹੜਾ ਉਹਦੀਆਂ ਪੈਣੀਆਂ, ਉਹਦੇ 'ਚ ਤਾਂ ਲਿਮਟਿਡ ਵੋਟਾਂ ਦਾ ਮੇਰੇ ਖਿਆਲ। ਹਾਂ, ਉਹਦੇ 'ਚ ਨਹੀਂ ਬਿਲਕੁਲ ਲਿਮਟਿਡ ਵੋਟਾਂ, ਪਰ ਉਹ 'ਚ 2 MP ਤਾਂ ਹੈਗੇ ਆ। ਹਾਂਜੀ, 2 ਉਹਨਾਂ ਦੀਆਂ ਵੋਟਾਂ ਪੈਣੀਆਂ, ਸੁਖਬੀਰ ਤੇ ਸ਼੍ਰੀਮਤੀ ਸੁਖਬੀਰ ਬਾਦਲ। ਤੇ ਉਹਦੇ ਵਿੱਚ ਹੁਣ ਅੱਗੇ ਫੈਸਲਾ ਜਿਹੜਾ ਹੈ ਪਾਰਟੀ ਉਹ ਕੀ ਲੈਂਦੀ ਹੈ, ਤੇ ਇਹਦੇ ਤੇ ਮੈਂ ਸਮਝਦਾ ਕਿ
ਹੁਣ ਮਤਲਬ ਟੈਸਟ ਮੈਨੂੰ ਲੱਗਦਾ ਵੀ ਝੁੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਏਗੀ, ਜੇ ਲਾਗੂ ਹੁੰਦੀ ਹੈ ਤਾਂ ਸੁਖਬੀਰ ਬਾਦਲ ਹੋਣਾ ਨੂੰ ਪਾਸੇ ਹੋਣਾ ਪਏਗਾ। ਸਵਾਲ ਸਭ ਤੋਂ ਵੱਡਾ ਮਤਲਬ ਲਿਟਮਸ ਟੈਸਟ ਜਿਹੜਾ ਉਹ ਝੁੰਦਾ ਕਮੇਟੀ ਦੀ ਰਿਪੋਰਟ ਦਾ ਮਸਲਾ ਹੈ। ਨਹੀਂ, ਇਹਦੇ 'ਚ ਦੇਖੋ ਇਹ ਗੱਲ ਬੜੀ ਸਾਫ਼ ਹੈ, ਉਹਨੂੰ ਕਿਉਂ ਨਹੀਂ ਜਿਹੜਾ ਹੈ ਲਾਗੂ ਕੀਤਾ ਜਾ ਰਿਹਾ ਹੈ, ਜਾਂ ਕਿਉਂ ਨਹੀਂ ਪਾਰਟੀ ਉਹਨੂੰ ਮੰਨ ਰਹੀ, ਜਾਂ ਪਾਰਟੀ ਪ੍ਰਧਾਨ ਉਹਨੂੰ ਕਿਉਂ ਨਹੀਂ ਮੰਨ ਰਿਹਾ। 1 ਮਹੀਨਾ ਪਹਿਲਾਂ ਇੱਥੇ ਬੜੀ ਚਰਚਾ ਹੋਈ ਕਿ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਰਿਜ਼ਾਈਨ ਕਰਕੇ ਤੇ ਉਸ ਤੋਂ ਬਾਅਦ ਬਲਵਿੰਦਰ ਸਿੰਘ ਭੁੰਦੜ ਨੂੰ ਉਹਦਾ ਵੀ ਇੱਕ ਐਕਸਕਿਊਜ਼ ਬਣਾਇਆ ਗਿਆ ਵੀ ਇਹਦੇ ਬਾਰੇ ਇੱਕ ਜਗਮੀਤ ਸਿੰਘ ਬਰਾੜ ਉਹਨਾਂ ਨੇ ਬਾਹਰ ਕਹਿਤਾ ਵੀ ਪਾਰਟੀ ਪ੍ਰਧਾਨ ਬਦਲਿਆ ਜਾ ਰਿਹਾ, ਤੇ ਉਹਦੇ ਆਧਾਰ ਬਣਾ ਕੇ ਵੀ ਖਬਰਾਂ ਪਹਿਲਾਂ ਲੱਗ ਗਈਆਂ, ਇਸ ਕਰਕੇ ਇਹਦੇ ਤੇ ਕੋਈ ਫੈਸਲਾ ਨਹੀਂ ਹੋਏਗਾ। ਨਹੀਂ, ਬਿਲਕੁਲ ਇਹ ਮੈਂ ਸਮਝਦਾ ਕਿ ਇਹਦਾ ਮਤਲਬ ਵਿਦਨ ਪਾਰਟੀ ਜਿਹੜੀ ਹੈ ਇਸ ਤਰ੍ਹਾਂ ਦੀ ਜਿਹੜੀ ਕਿਤੇ ਨਾ ਕਿਤੇ ਗੱਲਬਾਤ ਜਿਹੜੀ ਤੁਸੀਂ ਸ਼ੁਰੂ 'ਚ ਨਾਮ ਬਗਾਵਤ ਦਾ ਲਿਆ ਸੀ, ਉਹ ਕਿਤੇ ਨਾ ਕਿਤੇ ਗੱਲ ਜਿਹੜੀ ਹੈ ਜ਼ਰੂਰ ਹੈਗੀ ਹੈ। ਤੇ ਹੁਣ ਕੀ ਗੱਲ ਤਾਂ ਸਿਰਫ ਇੰਨੀ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਉਹ ਪਾਰਟੀ ਦੀ ਜਿਹੜੀ ਜਥੇਬੰਦਕ ਜਿਹੜੀ ਡੈਮੋਕ੍ਰੇਸੀ ਜਿਹਨੂੰ ਆਪਾਂ ਕਹਿੰਦੇ ਆ ਜਮਹੂਰੀਅਤ ਉਹਨੂੰ ਬਰਕਰਾਰ ਰੱਖਦੇ ਆ, ਜਾਂ ਜਿੱਦਾਂ ਡਿਕਟੇਟਰਸ਼ਿਪ ਪਹਿਲਾਂ ਚੱਲਦੀ ਆ ਰਹੀ ਆ ਉਹ ਚੱਲੇਗੀ, ਜਾਂ ਉਹਨੂੰ ਕੋਈ ਕਿੰਨਾ ਮੰਨੇਗਾ। ਜਿਹੜੇ ਦੂਜੇ ਲੀਡਰ ਜਿਵੇਂ ਹੁਣ ਮਨਪ੍ਰੀਤ ਆਲੀ ਹੋਰਾਂ ਨੇ ਇਹ ਗੱਲ ਨਹੀਂ ਮੰਨੀ, ਜਿੱਦਾਂ ਹੁਣ ਤੁਸੀਂ ਸ਼ੁਰੂ 'ਚ ਕਿਹਾ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੁੱਛਿਆ ਹੀ ਨਹੀਂ ਗਿਆ, ਜਾਂ ਇਹ ਫੈਸਲਾ ਕੋਰ ਕਮੇਟੀ ਨੇ ਲੈ ਲਿਆ ਕਿ ਤੁਸੀਂ ਜਿਹੜੀ ਹੈ ਦ੍ਰੋਪਦੀ ਮੁਰਮੂ ਹੋਰਾਂ ਨੂੰ ਹਮਾਇਤ ਕਰਨੀ ਹੈ, ਵੀ ਮੈਨੂੰ ਨਹੀਂ ਪੁੱਛਿਆ ਗਿਆ ਵੀ ਨਾ ਮੈਂ ਇਹ ਚਾਹੁੰਦਾ। ਸੋ ਇਹ ਗੱਲ ਬੜੀ ਸਾਫ਼ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੈਨੂੰ ਲੱਗਦਾ ਹੈ ਕਿ ਇਹ ਗੱਲ ਅੱਗੇ ਹੋਰ ਇਹਦਾ ਜਿਹੜਾ ਪਾਰਟੀ ਦੇ ਵਿੱਚ ਹੋਰ ਜਿਹੜਾ ਸੰਕਟ ਜਿਹੜਾ ਹੈ ਉਹ ਬਣ ਸਕਦਾ। ਇੱਕ ਇਹਦੇ ਨਾਲ ਹੀ ਜਿਹੜਾ ਬੜਾ ਅਹਿਮ ਮਸਲਾ ਹੈਗਾ, ਅੱਜ ਜਿਹੜੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਵੀ ਸੀ, ਜਿਹੜੇ ਸੰਗਰੂਰ ਲੋਕ ਸਭਾ ਤੋਂ ਜਿਮਨੀ ਚੋਣ ਜਿੱਤੇ ਸਿਮਰਜੀਤ ਮਾਨ ਹੋਣਾ, ਉਹਨਾਂ ਵੀ ਸਹੁੰ ਚੁੱਕੀ ਹੈ। ਸਿਮਰਜੀਤ ਮਾਨ ਉਹਨਾਂ ਦਾ ਪਿਛਲੇ ਦਿਨਾਂ ਤੋਂ ਕਈ ਕੰਟਰੋਵਰਸੀ ਜਿਹੜੀਆਂ ਉਹਨਾਂ ਨੇ 2 ਕੰਟਰੋਵਰਸੀ ਤਾਂ ਮੁੱਖ ਤੌਰ ਤੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ। ਇੱਕ ਉਹ ਵੀ ਹੈ ਜਿਹੜੀ ਉਹਨਾਂ ਨੇ ਪਹਿਲਾਂ ਆਪਣੇ ਨਾਨੇ ਵੱਲੋਂ ਜਿਹੜਾ ਜਨਰਲ ਜਾਇਰ ਨੂੰ ਜਿਹੜਾ ਸਰੋਪਾ ਦੇਣ ਤੇ ਮਾਫੀ ਮੰਗੀ ਹੋਈ ਹੈ ਵੀ ਮੈਂ ਆਪਣੇ ਨਾਨੇ ਵੱਲੋਂ ਮਾਫੀ ਮੰਗਦਾ। ਹੁਣ ਉਹਨਾਂ ਨੇ ਆਪਣੇ ਨਾਨੇ ਨੂੰ ਜਸਟੀਫਾਈ ਕਰਨਾ ਸ਼ੁਰੂ ਕੀਤਾ ਵੀ ਉਹਨਾਂ ਨੇ ਜਿਹੜਾ ਫੈਸਲਾ ਕੀਤਾ ਸੀ ਉਹ ਠੀਕ ਸੀਗਾ। ਅੱਜ ਪਹਿਲਾਂ ਉਹਨਾਂ ਕਿਹਾ ਵੀ ਆਪਾਂ ਕਿਰਪਾਨ ਦੀ ਵੀ ਸ਼ਰਤ ਰੱਖਾਂਗੇ, ਬਾਅਦ ਦੇ ਵਿੱਚ ਉਹਨਾਂ ਜਾ ਕੇ ਸਹੁੰ ਵੀ ਚੁੱਕੀ। ਜਿਹੜਾ ਉਹਨਾਂ ਦਾ ਸਟੈਂਡ ਬਦਲ ਰਿਹਾ, ਵਾਰ-ਵਾਰ ਬਦਲ ਰਿਹਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਸਿਮਰਜੀਤ ਮਾਨ ਹੋ ਰਿਹਾ, ਨੋ ਡਾਊਟ ਉਹਨਾਂ ਦਾ ਜਿਹੜਾ ਕੰਮ ਹੈ ਪੰਜਾਬ ਦੇ ਵਿੱਚ ਪਾਰਟੀ ਦੇ ਵਿੱਚ, ਉਹਨਾਂ ਨੇ ਇੱਕ ਆਪਣੀ ਪਾਰਟੀ ਬਣਾਈ, ਜਥੇਬੰਦੀ ਬਣਾਈ, ਉਸ ਜਥੇਬੰਦੀ ਲਈ ਉਹਨਾਂ ਨੇ ਲੜਾਈ ਵੀ ਕੀਤੀ, ਜਾਂ ਹੋਰ ਹੈ ਇੱਕ ਆਗੂ ਦੇ ਤੌਰ ਤੇ ਉਹ ਐਸਟੈਬਲਿਸ਼ ਹੋਏ, ਇੱਕ ਪੁਲਿਸ ਅਫਸਰ ਦੇ ਤੌਰ ਵਜੋਂ ਉਹਨਾਂ ਨੇ 1984 ਦੇ ਵਿੱਚ ਅਸਤੀਫਾ ਦੇ ਕੇ, ਤੇ ਉਹਨਾਂ ਦਾ ਜਿਹੜੀ ਸਾਰਾ ਰੋਲ ਹੈ, ਦੇਖੋ ਉਹਨੂੰ ਆਪਾਂ ਉਹਦੇ ਤੇ ਆਪਾਂ ਲੀਕ ਨਹੀਂ ਮਾਰ ਸਕਦੇ ਜਾਂ ਉਹਨੂੰ ਆਪਾਂ ਅਰੇਜ਼ ਨਹੀਂ ਕਰ ਸਕਦੇ, ਪਰ ਜਿਹੜੀ ਇੱਕ ਪਰਸਨੈਲਿਟੀ ਨੂੰ ਜਦੋਂ ਆਪਾਂ ਕਿਸੇ ਨੂੰ ਦੇਖਦੇ ਹਾਂ, ਉਹ ਜਿਹੜੀ ਸ਼ਖਸੀਅਤ ਜਿਹੜੀ ਉਹਨਾਂ ਦੀ ਹੈ ਉਹ ਕਿਸ ਤਰੀਕੇ ਨਾਲ ਉਹ ਬਦਲਦੇ ਆ ਜਾਂ ਕਿਸ ਤਰੀਕੇ ਦੇ ਨਾਲ ਉਹ ਪੈਂਤੜਾ ਲੈਂਦੇ ਆ, ਇਹਦੀ ਅਜੇ ਤੱਕ ਜਿਹੜੀ ਗੱਲ ਸਮਝ ਤੋਂ ਬਾਹਰ ਹੈ। ਜਦੋਂ 1999 ਦੇ ਵਿੱਚ ਲੋਕਾਂ ਨੇ ਸਭ ਤੋਂ ਵੱਡਾ ਮੈਂਡੇਟ ਜਿਹੜਾ ਦਿੱਤਾ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਹੱਕ 'ਚ ਦਿੱਤਾ, ਜਦੋਂ 9 MP ਜਿਹੜੇ ਉਹਨਾਂ ਨੇ ਲੋਕਾਂ ਨੇ ਜਿਤਾਏ, ਤੇ ਹਾਲਾਂਕਿ ਕੋਈ ਜਿਹੜੇ ਸਿਮਰਜੀਤ ਮਾਨ ਹੋਰਾਂ ਤੋਂ ਜਾਂ 1-2 ਜਗਦੇਵ ਸਿੰਘ ਖੁੱਡੀਆ ਹੋਰਾਂ ਤੋਂ ਨੂੰ ਛੱਡ ਕੇ ਤੇ ਕੁਛ ਹੋਰ 1-2 ਆਗੂ ਨੂੰ ਛੱਡ ਕੇ ਕਿਸੇ ਨੂੰ ਕੋਈ ਜਾਣਦਾ ਵੀ ਨਹੀਂ ਸੀ ਕਿ ਕੌਣ ਨੇ ਜਾਂ ਹੋਰ ਹੈ। ਇਸ ਕਿਸਮ ਦੀ ਮੂਵਮੈਂਟ ਲੋਕਾਂ ਨੇ ਉਹਨਾਂ ਦੇ ਹੱਕ 'ਚ ਖੜੀ ਕੀਤੀ। ਨਹੀਂ, ਪਟਿਆਲੇ ਤੋਂ ਅਤਿੰਦਰਪਾਲ ਸਿੰਘ ਕੋਈ ਵੀ ਨਹੀਂ ਜਾਣਦਾ, ਕੋਈ ਨਹੀਂ, ਬਹੁਤ ਸਾਰੇ, ਧਿਆਨ ਸਿੰਘ ਮੰਡ ਸੀ, ਅਤਿੰਦਰਪਾਲ ਸੀ, ਜਸਦੇਵ ਸਿੰਘ ਸੀ ਸੰਗਰੂਰ ਤੋਂ। ਸੋ ਮੈਂ ਸਮਝਦਾ ਕਿ ਲੋਕਾਂ ਨੇ ਉਹਨਾਂ ਦੇ ਹੱਕ 'ਚ ਬੜਾ ਵੱਡਾ ਫਤਵਾ ਦਿੱਤਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਇਕੱਲੇ ਸਿੱਖਾਂ ਨੇ ਵੋਟ ਪਾਈ। ਮੇਰਾ ਖਿਆਲ ਉਦੋਂ ਵੀ ਫਤਵਾ ਜਿਵੇਂ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਮਿਲਿਆ, ਇਸੇ ਤਰੀਕੇ ਦਾ ਫਤਵਾ ਇਸ ਤਰੀਕੇ ਦਾ ਉਦੋਂ ਲੋਕਾਂ ਨੇ ਦਿੱਤਾ। ਲੋਕਾਂ ਨੂੰ ਇਹ ਸੀ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਸ਼ਾਂਤੀ ਹੋ ਸਕਦੀ ਹੈ। ਜੇ ਸਿਮਰਜੀਤ ਮਾਨ ਹੋਰੀ ਪੰਜਾਬ ਦੀ ਗੱਲ ਕਰਦੇ ਆ, ਪੰਥ ਦੀ ਗੱਲ ਕਰਦੇ ਆ, ਕੌਮ ਦੀ ਗੱਲ ਕਰਦੇ ਆ, ਚਲੋ ਇਹਨਾਂ ਨੂੰ ਇੱਕ ਮੌਕਾ ਦਿਓ। ਉਦੋਂ ਜਿਹੜਾ ਸਭ ਤੋਂ ਵੱਡਾ ਸਟੈਂਡ ਲਿਆ, ਹਾਲਾਂਕਿ ਕੁਛ MP ਨੇ ਉਦੋਂ ਜਾ ਕੇ ਸਹੁੰ ਚੁੱਕੀ ਵੀ, ਉਹਨਾਂ 'ਚ ਬਿਮਲ ਕੌਰ ਖਾਲਸਾ ਵੀ ਸੀਗੇ, ਤੇ ਜਿਹੜਾ ਸੀਗਾ ਬਾਬਾ ਜੀ ਜਿਹੜੇ ਸੀਗੇ ਆਪਣਾ ਬੇਅੰਤ ਸਿੰਘ ਦੇ ਪਿਤਾ ਜੀ ਬਠਿੰਡਾ ਤੋਂ ਚੋਣ ਜਿੱਤੇ ਸੀ, ਬਾਬਾ ਸੁੱਚਾ ਸਿੰਘ, ਉਹ ਵੀ ਸ਼ਾਮਲ ਸੀਗੇ। ਸਿਮਰਜੀਤ ਸਿੰਘ ਮਾਨ ਹੋਰਾਂ ਨੇ ਉਦੋਂ ਕਿਹਾ ਵੀ ਮੈਂ ਜਿਹੜੀ ਹੈ 3 ਫੁੱਟ ਜਿਹੜੀ ਹੈ ਆਪਣੀ 3 ਫੁੱਟੀ ਕਿਰਪਾਨ ਪਾ ਕੇ ਹੀ ਜਿਹੜਾ ਹੈ ਮੈਂ ਸਹੁੰ ਚੁੱਕਣੀ ਹੈ, ਮੈਂ ਅਦਰਵਾਈਜ਼ ਨਹੀਂ। ਉਹਨਾਂ ਨੇ ਸਹੁੰ ਹੀ ਨਹੀਂ ਚੁੱਕੀ। ਤੇ ਦੂਸਰੀ ਵਾਰ ਜਦੋਂ 1999 ਦੀ ਜਦੋਂ ਚੋਣ ਹੁੰਦੀ ਹੈ, ਜਿਹੜੀ ਜ਼ਿਮਨੀ ਚੋਣ ਆਪਾਂ ਜਿਹਨੂੰ ਕਹਿ ਦਿੰਦੇ ਹਾਂ ਪੰਜਾਬ ਪੂਰੇ ਦੇਸ਼ ਦੇ ਵਿੱਚ ਹੁੰਦੀ ਹੈ, ਉਦੋਂ ਉਹਨਾਂ ਨੇ ਫਿਰ ਚੋਣ ਲੜੀ ਸੰਗਰੂਰ ਤੋਂ ਦੁਬਾਰਾ, ਫਿਰ ਉਹ MP ਬਣੇ, ਲੋਕਾਂ ਨੇ ਫਿਰ ਉਹਨਾਂ ਨੂੰ ਮੌਕਾ ਦਿੱਤਾ। ਤੇ ਉਦੋਂ ਉਹਨਾਂ ਨੇ ਚੁੱਪਚਾਪ ਕਰਕੇ, ਕੋਈ ਕਿਰਪਾਨ ਦਾ ਇਸ਼ੂ ਨਹੀਂ ਸੀ, ਹੋਰ ਆਪਣੀ ਸਹੁੰ ਚੁੱਕੀ ਤੇ 5 ਸਾਲ ਉਹ MP ਰਹੇ। ਤੇ ਉਸ ਤੋਂ ਬਾਅਦ ਉਸ ਦੇ ਦੌਰਾਨ ਉਹ ਵਿਦੇਸ਼ਾਂ ਦਾ ਦੌਰਾ ਵਗੈਰਾ ਵੀ ਕਰਦੇ ਰਹੇ, ਹੋਰ ਹੈ। ਪਰ ਉਹਨਾਂ ਦੀ ਪਾਰਟੀ ਸੀ ਜਿਹੜੀ ਬਲਵਿੰਦਰ ਜੀ, ਉਹ ਪੂਰੀ ਪੰਜਾਬ ਦੇ ਉੱਤੋਂ ਸਾਰੇ ਲੋਕ ਉਹਨਾਂ ਨਾਲ, ਉਹਨਾਂ ਦੇ MP ਵੀ ਹੋਰ ਅਲੱਗ ਹੋ ਗਏ,
ਜਾਂ ਹੋਰ ਹੈ, ਉਹ ਪਾਰਟੀ ਸੁੰਗੜਦੀ ਗਈ ਹਾਂਜੀ ਤੇ ਸੁੰਗੜਦੀ ਗਈ, ਕੁਝ ਇੱਕ ਮੁੱਦਿਆਂ ਤੇ ਆ ਗਈ, ਕੁਝ ਇੱਕ ਮੁੱਦੇ ਸੀ ਜਿਹੜੇ ਅਖੀਰ 'ਚ ਫਿਰ ਉਹਨਾਂ ਕੋਲੇ ਇੱਕ ਜਿਹੜੀ ਕੋਈ ਖਾਲਿਸਤਾਨ ਦੀ ਗੱਲ ਸੀ ਬਚੀ, ਉਹ ਰਹਿ ਗਈ। ਹਰ ਸਾਲ ਜਦੋਂ ਬਲੂ ਸਟਾਰ ਦਾ ਉੱਥੇ ਮਨਾਉਂਦੇ ਸੀਗੇ ਵਰ੍ਹੇਗੰਢ, ਬਲੂ ਸਟਾਰ ਦਾ ਜਾਂ 84 ਦੇ ਕਤਲੇਆਮ ਦਾ, ਹਾਂ ਉਦੋਂ ਉਹਨਾਂ ਨੇ ਉਹ ਜਿਹੜੀ ਜ਼ਰੂਰ ਗੱਲ ਕਰਨੀ ਜਾਂ ਹੋਰ ਹੈ। ਤੇ ਮੈਂ ਸਮਝਦਾ ਵੀ ਚਲੋ ਅਸੀਂ ਕਿਸੇ ਵੀ ਆਗੂ ਨੂੰ ਉਸ ਤਰੀਕੇ ਨਾਲ ਇਗਨੋਰ ਨਹੀਂ ਕਰ ਸਕਦੇ, ਉਹਦੇ ਰੋਲ ਨੂੰ ਇਗਨੋਰ ਨਹੀਂ ਕਰ ਸਕਦੇ, ਪਰ ਜਿਹੜੀ ਪਿਛਲੇ ਹੁਣ ਪਿੱਛੇ ਉਹਨਾਂ ਨੇ ਜਿਹੜੀ ਨਵੀਂ ਕੰਟਰੋਵਰਸੀ ਜਿਹੜੀ ਸ਼ੁਰੂ ਕੀਤੀ, ਸ਼ਹੀਦ ਆਜ਼ਮ ਭਗਤ ਸਿੰਘ ਹਰੀ ਕੰਟਰੋਵਰਸੀ, ਮੈਨੂੰ ਲੱਗਦਾ ਉਹਨਾਂ ਨੇ ਜਾਣਬੁੱਝ ਕੇ ਸ਼ੁਰੂ ਕੀਤੀ ਜਾਂ ਉਹਨਾਂ ਤੋਂ ਸ਼ੁਰੂ ਕਰਵਾਈ ਗਈ, ਇਸ ਕਰਕੇ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਡਾਕਟਰ ਅੰਬੇਡਕਰ ਤੇ ਭਗਤ ਸਿੰਘ ਹੋਰਾਂ ਨੂੰ ਜਿਹੜਾ ਅਸੀਂ ਆਪਣਾ ਇੱਕ ਆਈਕਨ ਮੰਨਿਆ ਵੀ ਸਾਡੇ ਸਰਕਾਰ ਲਈ ਇਹਨਾਂ ਦੀਆਂ ਤਸਵੀਰਾਂ ਲੱਗਣਗੀਆਂ। ਹੋਰ ਅਦਰਵਾਈਜ਼ ਤਾਂ ਸਿਮਰਜੀਤ ਮਾਨ ਹੋਰਾਂ ਦਾ ਭਗਤ ਸਿੰਘ ਹੋਰਾਂ ਨਾਲ ਕੋਈ ਵਿਰੋਧ ਨਹੀਂ ਹੋ ਸਕਦਾ, ਜਾਂ ਸਿਆਸੀ ਤੌਰ ਤੇ ਵੀ ਨਹੀਂ ਹੋ ਸਕਦਾ, ਸਿਧਾਂਤਕ ਤੌਰ ਤੇ ਵੀ ਨਹੀਂ ਹੋ ਸਕਦਾ। ਤੇ ਇਹ ਇੱਥੋਂ ਜਿਹੜੀ ਇਹ ਕੰਟਰੋਵਰਸੀ ਹੈ ਜਿਹੜੀ ਹੁਣ ਉਹਦੇ 'ਚ ਉਹ ਕਿੰਨਾ ਕੁ ਸੰਭਲ ਪਾਉਂਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ, ਇਹ ਸਮਝਣ ਵਾਲੀ ਗੱਲ ਹੈ। ਜਿਹੜੀ ਤੁਸੀਂ ਗੱਲ ਕੀਤੀ ਵੀ 2002 ਦੇ ਵਿੱਚ ਉਹਨਾਂ ਨੇ ਜਦੋਂ ਇਹ ਗੱਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ ਸਿਮਰਜੀਤ ਸਿੰਘ ਮਾਨ, ਤੇ ਉਦੋਂ ਉਹ MP ਵੀ ਸੀਗੇ ਜਿਹੜੇ ਸੀ ਲੋਕ ਸਭਾ ਦੇ, ਤੇ ਉਦੋਂ ਇਹ ਗੱਲ ਸ਼੍ਰੋਮਣੀ ਕਮੇਟੀ ਦੇ ਇਜਲਾਸ 'ਚ ਇਹ ਗੱਲ ਉੱਭਰ ਕੇ ਜਦੋਂ ਸਾਹਮਣੇ ਆਈ ਤਾਂ ਉਹਨਾਂ ਨੇ ਉੱਥੇ ਬਿਨਾਂ ਸ਼ਰਤ ਮਾਫੀ ਮੰਗੀ। ਉਹਨਾਂ ਨੇ ਕਿਹਾ ਕਿ ਮੇਰੇ ਜਿਹੜਾ ਸੀ ਨਾਨਾ ਜੀ ਦੇ ਪਰਿਵਾਰ ਦੇ ਵਿੱਚੋਂ ਜਾਂ ਹੋਰ ਵੀ ਮੈਂ ਹੀ ਆ ਜਿਹੜਾ ਮੇਲ ਮੈਂਬਰ ਜਿਹੜਾ ਜਿਉਣਾ, ਇਸ ਕਰਕੇ ਮੈਂ ਮਾਫੀ ਮੰਗਦਾ, ਸਾਡੇ ਪਰਿਵਾਰ ਨੂੰ ਜਿਹੜਾ ਹੈ ਇਸ ਧੱਬੇ ਤੋਂ ਮੁਕਤ ਕੀਤਾ ਜਾਵੇ ਕਿ ਸਾਡੇ ਸਰਦਾਰ ਅਰੂੜ ਸਿੰਘ ਹੋਰਾਂ ਨੇ ਜਿਹੜਾ ਜਨਰਲ ਡਾਇਰ ਨੂੰ ਸਰੋਪਾ ਦਿੱਤਾ ਸੀ, ਜਿਹੜੇ ਉਦੋਂ ਦਰਬਾਰ ਸਾਹਿਬ ਦੇ ਸਰਬਰਾਹ ਸੀਗੇ। ਸੋ ਹੁਣ ਜਿਹੜਾ ਪਿੱਛੇ ਉਹਨਾਂ ਦਾ ਬਿਆਨ ਆ ਰਿਹਾ ਜਾਂ ਹੋਰ ਆ, ਉਹਨਾਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੇ ਸਹੀ ਕੀਤਾ ਸੀ। ਉਹਨਾਂ ਨੇ ਕਿਹਾ ਕਿ ਜਨਰਲ ਡਾਇਰ ਨੇ ਅੰਮ੍ਰਿਤਸਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ, ਤਾਂ ਉਹਨਾਂ ਨੇ ਉਹਨਾਂ ਨੂੰ ਸਰੋਪਾ ਦੇ ਕੇ ਸ਼ਾਂਤ ਕਰਨ ਦੀ ਜਿਹੜੀ ਗੱਲ ਕੀਤੀ ਸੀ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਸਿਮਰਜੀਤ ਮਾਨ ਹੋਰਾਂ ਦੀ, ਵੀ ਹੁਣ ਤਾਂ ਉਹ ਅਸ਼ਾਂਤ ਕਰਨ ਦੀਆਂ ਗੱਲਾਂ ਕਰ ਰਹੇ ਆ, ਤੇ ਉਦੋਂ ਉਹਨਾਂ ਦੇ ਨਾਨਾ ਜੀ ਨੂੰ ਇਹ ਕੀ ਵਿਪਤਾ ਪੈ ਗਈ ਵੀ ਉਹ ਲਾਲਚ ਦੇ ਕੇ ਕਿਸੇ ਨੂੰ ਸਰੋਪਾ ਦੇ ਕੇ, ਤੇ ਜਾਂ ਟੋਪੀ ਵਾਲਾ ਸਿੱਖ ਕਹਿ ਕੇ, ਜਾਂ ਇਹ ਕਹਿ ਕੇ ਵੀ ਤੁਸੀਂ ਅੰਮ੍ਰਿਤ ਵੀ ਛਕ ਲਓ ਹੁਣ, ਤੇ ਵੀ ਇਸ ਕਰਕੇ ਉਸ ਨੂੰ ਇੱਕ ਅਫਸਰ ਨੂੰ ਜਿਹਦੇ ਖਿਲਾਫ ਐਡੀ ਵੱਡੀ ਲੜਾਈ ਲੜੀ ਜਾ ਰਹੀ ਸੀ, ਮਤਲਬ ਜਿਹਨੇ ਕਤਲੇਆਮ ਕੀਤਾ ਸੀ, ਨਹੀਂ ਉਸ ਤੋਂ ਬਾਅਦ ਵੀ ਗੁੱਸਾ ਸੀ ਤੇ ਲੜਾਈ ਲੜੀ ਜਾ ਰਹੀ ਸੀ। ਤੇ ਪੰਜਾਬ ਦੇ ਲੋਕ ਖਾਸ ਕਰਕੇ ਉਸ ਤੋਂ ਬਾਅਦ ਤਾਂ ਸਿੱਖਾਂ ਨੇ ਕਿੰਨੀਆਂ ਸ਼ਹੀਦੀਆਂ ਦਿੱਤੀਆਂ, ਮੋਰਚੇ ਲੱਗੇ ਹੋਰ, ਤੇ ਪਰ ਉਹ ਜਸਟੀਫਾਈ ਇਹ ਕਹਿ ਰਹੇ ਹੈ ਵੀ ਉਹ ਨਹੀਂ ਅੰਮ੍ਰਿਤਸਰ ਨੂੰ ਉਡਾ ਦਿੰਦੇ, ਨਹੀਂ ਦਰਬਾਰ ਸਾਹਿਬ ਨੂੰ ਉਡਾ ਦਿੰਦੇ ਬੰਬ ਨਾਲ, ਉਹਨੇ ਇਹ ਧਮਕੀ। ਮੈਂ ਸਮਝਿਆ ਕਿ ਫਿਰ ਉਹ ਡਰ ਗਏ ਸੀ। ਇਹ ਸਿਮਰਜੀਤ ਮਾਨ ਹੋਰਾਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਵੀ ਉਹ ਜਿਹੜੇ ਸੀਗੇ ਉਹ ਡਰ ਕੇ, ਜਿਹੜੇ ਡਰ ਚੋਂ, ਆਪਣੇ ਜ਼ਾਤੀ ਡਰ ਚੋਂ ਕਰਕੇ ਉਹਨਾਂ ਨੇ ਇਹ ਗੱਲ ਕੀਤੀ। ਸਿੱਖੀ ਤਾਂ ਧੱਕਿਆਂ ਦੇ ਖਿਲਾਫ ਲੜਦੀ ਹੈ ਨਾ, ਬਿਲਕੁਲ ਇਸ ਤਰੀਕੇ ਨਾਲ ਤਾਂ ਜਿਹੜੇ ਤਰੀਕੇ ਨਾਲ ਇਹਨਾਂ ਦੇ ਨਾਨਾ ਜੀ ਨੇ ਕੀਤਾ, ਉਹ ਤਰੀਕਾ ਤਾਂ ਸਿੱਖੀ ਦਾ ਹੈ ਹੀ ਨਹੀਂ। ਮੈਂ ਸਮਝਦਾ ਇਹੀ ਗੱਲ ਕਿ ਸਿੱਖ ਸਿਧਾਂਤ ਤੋਂ ਬਿਲਕੁਲ ਉਲਟ ਸੀ ਜਿਹੜੀ ਹੁਣ ਗੱਲ ਉਹ ਕਰ ਰਹੇ ਨੇ, ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ, ਇਹ ਵੀ ਸਿੱਖ ਸਿਧਾਂਤ ਦੇ ਉਲਟ ਹੈ। ਆਉਣ ਵਾਲੇ ਦਿਨਾਂ 'ਚ ਇਸ ਗੱਲ ਦਾ ਉਹਨਾਂ ਨੂੰ ਜਵਾਬ ਦੇਣਾ ਪੈ ਜਾਏਗਾ, ਕਿਉਂਕਿ ਉਹਨਾਂ ਦੀ ਜਿਹੜੀ ਮੈਨੂੰ ਲੱਗਦਾ ਕਿ ਸਿਆਸਤ ਜਿਹੜੀ ਹੈ ਜਿਸ ਤਰੀਕੇ ਦੀ ਉਹਨਾਂ ਤੋਂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਉਹ ਸਿਆਸਤ ਕਰ ਰਹੇ ਹੈ, ਐਵੇਂ ਸਿਰਫ ਸ਼ਹੀਦ ਭਗਤ ਸਿੰਘ ਦੇ ਖਿਲਾਫ ਆਪਣੇ ਸਟੈਂਡ ਨੂੰ ਸਹੀ ਦੱਸਣ ਵਾਸਤੇ ਜਾਂ ਹੋਰ ਹੈ ਅੱਗੋਂ ਤੋਂ, ਕਿਉਂਕਿ ਜਦੋਂ ਬੰਦਾ ਇੱਕ ਗਲਤੀ ਕਰਦਾ ਨਾ ਜੀ, ਅੱਗੋਂ ਤੋਂ ਹੋਰ ਉਲਝਣਾਂ ਦੇ ਵਿੱਚ, ਹੋਰ ਗਲਤੀਆਂ ਦੇ ਵਿੱਚੋਂ ਫਸਦਾ ਹੀ ਤੁਰਿਆ ਜਾਂਦਾ, ਤੇ ਉਹਨਾਂ ਦੀ ਹੁਣ ਉਹ ਸਿਚੁਏਸ਼ਨ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਹੁਣ ਉਹ ਕਹਿੰਦੇ ਵੀ ਕਿਉਂਕਿ 5 ਸਾਲ ਪਹਿਲਾਂ ਉਹ MP ਰਹਿ ਚੁੱਕੇ ਨੇ, ਜਦੋਂ ਵਾਜਪਾਈ ਜੀ ਪ੍ਰਧਾਨ ਮੰਤਰੀ ਸੀਗੇ, ਉਹ ਮੈਨੂੰ ਇਹ ਦੱਸਣ ਵੀ ਸਾਡੇ ਪੰਜਾਬ ਦੇ ਗਿਣਵੇਂ ਚੁਣਵੇਂ MP ਨੇ ਜਿਹੜੇ ਲੋਕ ਸਭਾ ਦੇ ਵਿੱਚ ਬੋਲੇ ਨੇ, ਜਿਨ੍ਹਾਂ ਜਗਮੀਤ ਬਰਾੜ ਦਾ ਨਾਂ ਆਉਂਦਾ, ਬਲਵੰਤ ਰਾਮੂਵਾਲੀਆ ਦਾ ਆਉਂਦਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਆਉਂਦਾ, ਭਗਵੰਤ ਮਾਨ ਹੋਰਾਂ ਦਾ ਨਾਂ ਆਉਂਦਾ, ਜਿਹੜੇ ਉੱਥੇ ਬੋਲਦੇ। ਸੁਨੀਲ ਜਾਖੜ ਉਹਨਾਂ ਨੂੰ ਬਹੁਤ ਥੋੜਾ ਸਮਾਂ ਮਿਲਿਆ ਸੀ, ਉਹਨਾਂ ਦਾ ਵੀ ਨਾਂ ਆਉਂਦਾ, ਜਾਂ ਗਾਂਧੀ ਜੀ ਜਿਹੜੇ ਆਪਣੇ ਪਟਿਆਲੇ ਤੋਂ ਜਿੱਤੇ ਸੀ, ਉਹਨਾਂ ਦਾ ਨਾਂ ਆਉਂਦਾ, ਜਿਹੜੇ ਰਿਕਾਰਡ ਦੇ ਉੱਪਰ ਨੇ, ਉਹਨਾਂ ਦੀਆਂ ਵੀਡੀਓ ਪਈਆਂ ਨੇ ਉੱਥੋਂ ਦੀਆਂ ਲੋਕ ਸਭਾ ਦੀਆਂ। ਮੈਂ ਕਹਿੰਦਾ ਵੀ ਸਿਮਰਜੀਤ ਸਿੰਘ ਮਾਨ ਉਦੋਂ 5 ਸਾਲ ਰਹੇ, ਉਦੋਂ ਉਹਨਾਂ ਨੇ ਕਿਹੜਾ ਉੱਥੇ ਮੁੱਦਾ ਉਠਾਇਆ ਦੱਸਣ, ਤੇ ਹੁਣ ਉਹ ਕਹਿ ਰਹੇ ਆ ਕਿ ਉਹ ਇੱਦਾਂ ਵੱਡੇ ਮੁੱਦੇ ਉਠਾਉਣਗੇ ਜੀ, ਸਾਰੇ ਗੱਲ ਲੈ ਕੇ ਜਾਣਗੇ ਜਾਂ ਹੋਰ ਹੈ। ਚਲੋ ਆਉਣ ਵਾਲੇ ਦਿਨਾਂ 'ਚ ਇਹ ਵੀ ਪਤਾ ਲੱਗ ਜਾਏਗਾ। ਤੇ ਪਰ ਗੱਲ ਇਹ ਹੈ ਕਿ ਜੇ ਲੋਕਾਂ ਨੇ ਤੁਹਾਨੂੰ ਆਪਣਾ ਨੁਮਾਇੰਦਾ ਚੁਣਿਆ, ਮੈਂ ਕਹਿੰਦਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਆਪਾਂ ਵਿਰੋਧ ਕਰ ਸਕਦੇ, ਕਿਉਂਕਿ ਲੋਕਾਂ ਨੇ ਉਹਨੂੰ ਚੁਣਿਆ ਹੈਗਾ। ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਵਿੱਚ, ਜਮਹੂਰੀਅਤ ਦੇ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਉਹਨਾਂ ਨੂੰ ਜ਼ਰੂਰ ਜਿਹੜੀ ਹੈ ਪੰਜਾਬ ਦੀ ਗੱਲ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ। ਇਸ ਤੋਂ ਨਾਲ ਹੀ ਇੱਕ ਹੋਰ ਮਸਲਾ, ਅੱਜ ਤੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਗਿਆ, ਵਰਖਾ ਰੁੱਤ ਦਾ ਇਹਨੂੰ ਸੈਸ਼ਨ ਹੈ, ਇਹਦੇ ਵਿੱਚ ਵਿਰੋਧੀ ਧਿਰਾਂ ਦੀ ਇੱਕ ਮੀਟਿੰਗ ਹੋਈ ਹੈ ਜਿਨ੍ਹਾਂ 'ਚ ਵੱਖ-ਵੱਖ ਮਸਲੇ ਉਠਾਉਣ ਦਾ ਉਹਨਾਂ ਫੈਸਲਾ ਕੀਤਾ। ਤੈਨੂੰ ਕੀ ਲੱਗਦਾ ਕਿ ਵਿਰੋਧੀ ਧਿਰ ਦੀ ਜਿਹੜੀ ਏਕਤਾ ਉਹ ਬਣੀ ਰਹੇਗੀ, ਮਜ਼ਬੂਤ ਹੋਏਗੀ? ਇਹਦੇ ਦੇਖੋ ਕੁਛ ਮਸਲੇ ਬਲਵਿੰਦਰ ਜੀ ਇੱਦਾਂ ਦੇ ਹੈ, ਕੁਛ ਨੁਕਤੇ ਜਿਹੜੇ ਇੱਦਾਂ ਦੇ ਹੈ, ਜਿਹੜਾ
ਜਿਹੜੀ ਇੱਕ ਜਿਹੜਾ ਕਈ ਵਾਰੀ ਥੋੜਾ ਜਿਹੜਾ ਭਾਰੀ ਬਹੁਮਤ ਹੈ ਨਾ, ਜਿਹਨੂੰ ਆਪਾਂ ਡਿਕਟੇਟਰਸ਼ਿਪ ਆਫ ਜਿਹੜੀ ਹੈ ਮੈਜੋਰਿਟੀ ਕਹਿੰਦੇ ਆ, ਉਹ ਵੀ ਤੁਹਾਡੇ ਲਈ ਜਿਹੜੀ ਹੈ ਇੱਕ ਨੈਗੇਟਿਵ ਪਾਸੇ ਵੱਲ ਲੈ ਜਾਂਦੀ ਹੈ। ਜਿਸ ਤਰ੍ਹਾਂ ਬੀਜੇਪੀ ਨੇ ਪੂਰੇ ਦੇਸ਼ ਦੇ ਵਿੱਚ ਸਟੈਂਡ ਲਿਆ ਹੋਇਆ ਹੈ ਹਰ ਮੁੱਦੇ ਤੇ ਵੀ ਆ ਵੀ ਅਸੀਂ ਲਾਗੂ ਕਰਨਾ, ਆ ਵੀ ਲਾਗੂ ਕਰਨਾ, ਇਹਦਾ ਕੋਈ ਵਿਰੋਧ ਕਰਕੇ ਵਿਖਾਵੇ। ਹੁਣ ਜਿਹੜੇ 2-3 ਵੱਡੇ ਨੁਕਤੇ ਨੇ, ਜਿਹੜਾ ਲੇਟੈਸਟ ਹੁਣ ਪਿੱਛੇ ਇਹਨਾਂ ਨੇ ਜਿਹੜੀ ਲਿਸਟ ਜਾਰੀ ਕੀਤੀ ਹੈ ਕਿ ਆਹ ਸ਼ਬਦ ਨੇ ਜਿਹੜੇ ਇਹ ਨਾਨ ਪਾਰਲੀਮੈਂਟਰੀ ਸ਼ਬਦ ਨੇ, ਇਹ ਨਹੀਂ ਵਰਤੇ ਜਾ ਸਕਦੇ, ਉਹ ਹੁਣ ਐਕਸਪੰਜ ਕਰ ਦੇਣਗੇ ਜੇ ਫਰਜ਼ ਕੀਤਾ। ਤੇ ਇਸ ਤੇ ਗੱਲ ਤੇ ਵੀ ਇੱਕ ਲੜਾਈ ਹੈ ਵਿਰੋਧੀ ਧਿਰ ਦੀ ਵੀ ਜਿਹੜੇ ਆਮ ਸਧਾਰਨ ਸ਼ਬਦ ਨੇ ਉਹਨਾਂ ਤੇ ਕੀ ਇਤਰਾਜ਼ ਹੋ ਸਕਦਾ ਜਿਹੜੇ ਕਦੇ ਪਹਿਲਾਂ ਇਦਾਂ ਦੇ ਹੈ ਹੀ ਨਹੀਂ ਸੀ। ਕਿਉਂਕਿ ਪਿਛਲੇ ਸੈਸ਼ਨਸ ਦੇ ਦੌਰਾਨ ਜਦੋਂ ਪਿਛਲੇ ਅਜਲਾਸ ਹੋਏ ਨੇ, ਉਦੋਂ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਆਗੂ, TMC ਦੇ, ਇੱਥੋਂ ਤੱਕ ਕਿ BSP ਦੇ ਆਗੂ ਉਹ ਸ਼ਬਦ ਬੋਲਦੇ ਰਹੇ ਨੇ ਤੇ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਨਿਸ਼ਾਨਾ ਬਣਾ ਰਹੇ ਨੇ ਸਾਡੇ ਮੰਤਰੀਆਂ ਨੂੰ, ਪ੍ਰਧਾਨ ਮੰਤਰੀ ਜੀ ਨੂੰ, ਹੋਰਾਂ ਨੂੰ, ਤੇ ਉਹਨਾਂ ਨੇ ਕਿਹਾ ਕਿ ਇਹ ਇਹਦੇ 'ਚ ਸ਼ਾਮਲ ਕਰੋ ਲਿਸਟ 'ਚ, ਇਹ ਵਿੱਚੋਂ ਕੱਢ ਹੀ ਦਿਓ, ਜੋ ਬੋਲਦੇ ਵੀ ਨਹੀਂ ਤਾਂ ਬਾਅਦ ਦੇ ਵਿੱਚ ਐਕਸਪੰਜ ਕਰ ਦਿਓ। ਤੇ ਜਦੋਂ ਕੋਈ ਸ਼ਬਦ ਐਕਸਪੰਜ ਹੁੰਦਾ ਪ੍ਰੋਸੀਡਿੰਗ ਦੇ ਵਿੱਚੋਂ ਤੇ ਉਹ ਉਹਨਾਂ ਦੇ ਉਹ ਬਿਆਨ ਦਾ ਜਾਂ ਹੋਰ ਕੋਈ ਅਰਥ ਹੀ ਨਹੀਂ ਰਹਿ ਜਾਂਦਾ, ਕਿਉਂਕਿ ਜਾਂ ਤਾਂ ਉਹਦੀ ਥਾਂ 'ਤੇ ਕੋਈ ਬਦਲਵਾਂ ਸ਼ਬਦ ਤਾਂ ਲਿਖਿਆ ਨਹੀਂ ਜਾਂਦਾ। ਤੇ ਇਹ ਇੱਕ ਗੱਲ ਹੈ, ਇਹ ਵੀ ਵੱਡਾ ਮੁੱਦਾ ਬਣਨਾ ਹੈ। ਦੂਜੀ ਜਿਹੜਾ ਅਗਨੀਪਥ ਯੋਜਨਾ ਤੇ ਜਿਸ ਨੂੰ ਲੈ ਕੇ ਕਈ ਜਿਹੜੀਆਂ NDA ਦੇ ਵਿੱਚ ਸ਼ਾਮਲ ਵੀ ਨੇ ਧਿਰਾਂ, ਉਹ ਵੀ ਇਹਦੇ ਹੱਕ 'ਚ ਨਹੀਂ ਹੈਗੇ ਕਿ ਇਸ ਤਰੀਕੇ ਨਾਲ ਫੌਜ ਦੀ ਭਰਤੀ ਜਿਹੜੀ ਕੀਤੀ ਜਾਵੇ। ਇਹਦੇ ਨਾਲ ਜਿਹੜਾ 5% GST ਬਹੁਤ ਸਾਰੀਆਂ ਚੀਜ਼ਾਂ ਦੇ ਵਧਾਇਆ ਪਿੱਛੇ ਜਿਹੜਾ ਹੁਣ ਨਵਾਂ ਜਿਹੜਾ ਫਿਰ ਚੀਨ ਵਾਲਾ ਮਸਲਾ ਵੀ ਹੈਗਾ, ਬਹੁਤ ਸਾਰੇ ਮਸਲੇ ਚਾਈਨਾ ਦੇ, ਮਤਲਬ ਕਿ 4-5 ਇਦਾਂ ਦੇ ਸੋਲਿਡ ਜਿਹੜੇ ਮਸਲੇ ਨੇ। ਫਿਰ ਜਿਹੜਾ ਹੈਗਾ ਤੁਸੀਂ ਜਿਹੜੀਆਂ ਸੈਂਟਰਲ ਏਜੰਸੀ ਹੈ ਜਿਹਦੇ 'ਚ ਜਿਹੜਾ ਹੈ IT ਡਿਪਾਰਟਮੈਂਟ ਹੈ, ED ਹੈ, ਜਾਂ NIA, CBI ਹੈ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਦੋਂ ਹੀ ਉਹਨਾਂ ਦੇ ਲੋਕਾਂ ਦੇ ਲੀਡਰਾਂ ਦੇ ਖਿਲਾਫ ਕੇਸ ਖੋਲ੍ਹਦੇ ਆ ਜਦੋਂ ਕੋਈ ਉਹ ਜਿਹੜਾ ਹੈਗਾ ਕਿਸੇ ਮੰਤਰੀ ਦੇ ਖਿਲਾਫ, ਪ੍ਰਧਾਨ ਮੰਤਰੀ ਦੇ ਖਿਲਾਫ ਜਾਂ BJP ਦੀਆਂ ਪਾਲਿਸੀ ਦੇ ਖਿਲਾਫ ਬੋਲਦੇ ਆ। ਸੋ ਇਹ ਇਹੋ ਜਿਹੇ ਜਿਹੜੇ ਮੁੱਦੇ ਆ ਆਉਣ ਵਾਲੇ ਦਿਨਾਂ 'ਚ ਆਉਣ ਦੀ ਸੰਭਾਵਨਾ ਹੈ। ਕਿਉਂਕਿ ਮੈਨੂੰ ਯਾਦ ਹੈ ਜਦੋਂ ਕਿਸਾਨਾਂ ਦਾ ਜਿਹੜਾ ਘੋਲ ਚੱਲਦਾ ਸੀਗਾ ਜਿਹੜਾ ਸੀ ਬਿੱਲਾਂ ਦੇ ਮੁੱਦੇ ਨੂੰ ਲੈ ਕੇ, ਤੇ ਉਦੋਂ ਜਿਹੜਾ ਪਾਰਲੀਮੈਂਟ ਦਾ ਪਿਛਲੇ ਸਾਲ ਦਾ ਜਿਹੜਾ ਸੈਸ਼ਨ ਸੀ, ਇੱਕ ਸੈਸ਼ਨ ਜਿਹੜਾ ਪੂਰਾ ਹੀ ਇਦਾਂ ਗਿਆ ਸੀ ਜਿਹਦੇ ਵਿੱਚ ਕੋਈ ਕੁਛ ਵੀ ਨਹੀਂ ਸੀ ਹੋ ਸਕਿਆ, ਕਿਉਂਕਿ ਵਿਰੋਧੀ ਧਿਰਾਂ ਇਸ ਤਰੀਕੇ ਨਾਲ ਇਕੱਠੀਆਂ ਹੋ ਕੇ ਕੋਈ ਬਿੱਲ ਨਹੀਂ ਸੀ ਪਾਸ ਹੋਇਆ, ਕੁਛ ਵੀ ਨਹੀਂ ਸੀ ਹੋਇਆ। ਸੋ ਇਸ ਕਿਸਮ ਦਾ ਜਿਹੜਾ ਮਾਹੌਲ ਆ ਉਹ ਵੀ ਬਣ ਸਕਦਾ ਜੇ ਕਈ ਮੁੱਦਿਆਂ ਤੇ ਸਰਕਾਰ ਆ ਜਿਹੜੀ ਪਿੱਛੇ ਨਹੀਂ ਹਟਦੀ ਤਾਂ। ਸੁਰਪਾਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਹੀ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ। ਧੰਨਵਾਦ ਤੁਹਾਡਾ।